ਹੈਲੋ ਦੋਸਤੋ, ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਜੀਕੇ ਤੇ। ਦੋਸਤੋ, ਅੱਜ ਆਪਣਾ ਪਵਿੱਤਰ ਪਾਪੀ ਨਾਵਲ ਦਾ 6ਵਾਂ ਲੈਕਚਰ ਹੈ। ਦੋਸਤੋ, ਅੱਜ ਇਸ ਲੈਕਚਰ ਦੇ ਵਿੱਚ ਆਪਾਂ ਗੱਲ ਕਰਾਂਗੇ ਪਵਿੱਤਰ ਪਾਪੀ ਨਾਵਲ ਦੇ 10ਵੇਂ ਭਾਗ ਦੀ। ਤਾਂ ਦੋਸਤੋ, ਜ਼ੋਰ ਨਾਲ ਘੁੰਮ ਰਿਹਾ ਲਾਟੂ ਜਿਸ ਤਰ੍ਹਾਂ ਖੜੋਤਾ ਵਿਖਾਈ ਦਿੰਦਾ ਸੀ, ਇਸੇ ਤਰ੍ਹਾਂ ਵੀਣਾ ਦਾ ਮਨ ਇਸ ਵੇਲੇ ਬੇਓੜਕ ਸੋਚਾਂ ਵਿੱਚ ਚੱਕਰ ਲਾਉਂਦਾ ਹੋਇਆ ਵੀ ਉਸ ਨੂੰ ਰੁਕਿਆ ਜਾਪਦਾ ਸੀ। ਉਸ ਦੇ ਖਿਆਲਾਂ ਦੀ ਦੌੜ ਇਸ ਵੇਲੇ ਇੰਨੀ ਤੇਜ਼ ਸੀ ਕਿ ਜਿਸ ਤੇਜ਼ੀ ਨੂੰ ਉਹ ਖਲੋਤ ਦੇ ਰੂਪ ਵਿੱਚ ਅਨੁਭਵ ਕਰ ਰਹੀ ਸੀ, ਸਿਨੇਮਾ ਦੀਆਂ ਤਸਵੀਰਾਂ ਵਾਂਗ ਰਾਤ ਕਿੰਨੀ ਕੁ ਚਲੀ ਗਈ ਹੈ, ਉਸ ਨੂੰ ਕੋਈ ਖਬਰ ਨਹੀਂ ਸੀ। ਉਹ ਮੰਜੇ ਦੇ ਉਤਾਣੇ ਮੂੰਹ ਪਈ ਆਕਾਸ਼ ਵੱਲ ਤੱਕਦੀ ਹੋਈ ਅੱਜ ਦੀ ਘਟਨਾ ਨੂੰ ਬਰਾਬਰ ਸੋਚ ਰਹੀ ਸੀ। ਸਵੇਰੇ ਜਦ ਉਸਨੇ ਕਿਦਾਰ ਦੇ ਕਮਰੇ ਵਿੱਚ ਜਾ ਕੇ ਸਦਾ ਦੇ ਉਲਟ ਉਸ ਨੂੰ ਚਾਦਰ ਵਲੇਟੀ ਪਿਆ ਵੇਖਿਆ ਸੀ, ਤਾਂ ਉਸਨੇ ਖਿਆਲ ਕੀਤਾ ਕਿ ਅਕਸਰ ਕਿਦਾਰ ਸਿਰ ਦਰਦ ਦੀ ਸ਼ਿਕਾਇਤ ਕੀਤਾ ਕਰਦਾ ਹੈ। ਸ਼ਾਇਦ ਅੱਜ ਵੀ ਉਸ ਦਾ ਇਹੋ ਕਾਰਨ ਹੋਏ, ਪਰ ਕਿਦਾਰ ਦੀਆਂ ਗੱਲ ਕਥਾ ਪੜ੍ਹਾਉਣ ਵਿੱਚ ਬੇਰੁਖੀ ਤੇ ਚਿਹਰੇ ਤੇ ਉਤਾਰ ਚੜਾਓ ਤੋਂ ਉਸ ਨੂੰ ਸ਼ੱਕ ਪਿਆ, ਜਿਵੇਂ ਸਰੀਰ ਤੋਂ ਛੁੱਟ ਕਿਦਾਰ ਦੇ ਮਨ ਨੂੰ ਵੀ ਅੱਜ ਕਿਸੇ ਤਰ੍ਹਾਂ ਦੀ ਪੀੜ ਸਤਾ ਰਹੀ ਹੈ। ਉਸਨੇ ਚਾਹਿਆ ਕਿ ਕਿਸੇ ਤਰ੍ਹਾਂ ਕਿਦਾਰ ਆਪਣੇ ਦਿਲ ਦੀ ਘੁੰਡੀ ਉਸ ਅੱਗੇ ਖੋਲ੍ਹ ਦੇਵੇ, ਕੋਈ ਵੀ ਗੱਲ ਉਸ ਪਾਸੋਂ ਲੁਕਾ ਕੇ ਨਾ ਰੱਖੇ। ਪਰ ਜਿਉਂ ਹੀ ਕਿਦਾਰ ਨੇ ਉਸ ਉੱਤੇ ਅਜਿਹੇ ਪ੍ਰਸ਼ਨ ਕਰਨੇ ਸ਼ੁਰੂ ਕੀਤੇ ਜਿਨ੍ਹਾਂ ਦਾ ਇਸ਼ਾਰਾ ਵੀਣਾ ਦੇ ਵਿਆਹ ਵੱਲ ਸੀ, ਉਹ ਕੁਝ ਸ਼ਰਮਾ ਗਈ। ਤਾਂ ਵੀ ਉਹ ਇਹ ਸੋਚਣੋਂ ਨਾ ਰੁਕ ਸਕੀ ਕਿ ਕਿਦਾਰ ਨੇ ਇਹ ਪ੍ਰਸ਼ਨ ਉਸ ਉੱਤੇ ਕਿਉਂ ਕੀਤੇ ਹਨ, ਤੇ ਫਿਰ ਕੁਝ ਕਹਿੰਦਾ ਉਹ ਰੁਕ ਕਿਉਂ ਗਿਆ। ਪਰ ਪੁੱਛਣ ਲਈ ਉਤਸੁਕ ਹੁੰਦੀ ਹੋਈ ਵੀ ਉਹ ਉਸ ਪਾਸੋਂ ਕੁਝ ਨਾ ਪੁੱਛ ਸਕੀ। ਜਦ ਕਿਦਾਰ ਉਸ ਨੂੰ ਚਾਹ ਲਈ ਕਹਿਣ ਤੋਂ ਬਾਅਦ ਕੰਮ ਤੇ ਜਾਣ ਨੂੰ ਤਿਆਰ ਹੋਇਆ, ਤਾਂ ਵੀਣਾ ਦੀ ਇੱਕ ਵਾਰੀ ਫੇਰ ਸਲਾਹ ਹੋਈ ਕਿ ਉਸ ਦਾ ਅੰਦਰਲਾ ਫੋਲ ਲੇ। ਪਰ ਉਸਨੇ ਵੇਖਿਆ ਕਿ ਕਿਦਾਰ ਨੂੰ ਦੁਕਾਨ ਤੇ ਜਾਣ ਦੀ ਕਾਹਲੀ ਸੀ ਤੇ ਉਸਨੇ ਵੀ ਸਕੂਲ ਜਾਣਾ ਸੀ। ਇਹੋ ਸੋਚ ਕੇ ਉਸਨੇ ਇਸ ਮਾਮਲੇ ਨੂੰ ਕਿਸੇ ਹੋਰ ਵੇਲੇ ਲਈ ਛੱਡ ਦਿੱਤਾ ਤੇ ਮੁੜ ਰਸੋਈ ਵਿੱਚ ਜਾ ਕੇ ਕਿਦਾਰ ਲਈ ਚਾਹ ਬਣਾਉਣੀ ਸ਼ੁਰੂ ਕੀਤੀ। ਜਿੰਨਾ ਚਿਰ ਉਹ ਚੁੱਲ੍ਹੇ ਅੱਗੇ ਬੈਠੀ ਰਹੀ, ਉਸ ਦੇ ਅੰਦਰ ਇਹੋ ਜਿਹੇ ਖਿਆਲ ਚੱਕਰ ਲਾਉਂਦੇ ਰਹੇ। ਅਖੀਰ ਵਿਦਿਆ ਹੱਥ ਉਸਨੇ ਚਾਹ ਪਾ ਕੇ ਭੇਜ ਦਿੱਤੀ, ਤੇ ਜਦ ਵਿਦਿਆ ਨੇ ਉਹਨੂੰ ਆ ਕੇ ਦੱਸਿਆ ਕਿ ਕਿਦਾਰ ਬਿਨਾਂ ਚਾਹ ਪੀਤਿਆਂ ਹੀ ਚਲਾ ਗਿਆ ਹੈ, ਤਾਂ ਉਸ ਦੀ ਹੈਰਾਨੀ ਹੋਰ ਵੱਧ ਗਈ। ਇਸ ਤੋਂ ਬਾਅਦ ਜਿਉਂ ਹੀ ਪਤੀਲੇ ਵਿੱਚ ਬਚੀ ਹੋਈ ਚਾਹ ਨੂੰ ਪਿਆਲੇ ਵਿੱਚ ਪਾ ਕੇ ਪਹਿਲਾ ਘੁੱਟ ਭਰਿਆ, ਉਹ ਹੱਕੀ ਬੱਕੀ ਰਹਿ ਗਈ। ਚਾਹ ਵਿੱਚ ਮਿੱਠਾ ਪਾਉਣਾ ਉਸ ਨੂੰ ਭੁੱਲ ਗਿਆ ਸੀ। ਉਸ ਨੂੰ ਸਮਝਣ ਵਿੱਚ ਚਿਰ ਨਾ ਲੱਗਾ ਕਿ ਕਿਦਾਰ ਕਿਸੇ ਕਰਕੇ ਚਾਹ ਵਿੱਚੇ ਛੱਡ ਗਿਆ ਹੈ। ਉਹ ਬੜੀ ਬੇਸਬਰੀ ਨਾਲ ਕਿਦਾਰ ਦੇ ਆਉਣ ਦੀ ਉਡੀਕ ਕਰਨ ਲੱਗੀ। ਇਸੇ ਉਡੀਕ ਨੇ ਉਸ ਨੂੰ ਅੱਜ ਸਕੂਲੋਂ ਵੀ ਗੈਰ-ਹਾਜ਼ਰ ਰੱਖਿਆ। ਸਵੇਰ ਤੋਂ ਲੈ ਕੇ ਦੁਪਹਿਰ ਤੱਕ ਵੀਣਾ ਦਾ ਮਨ ਸਿਰਫ ਦੋਵੇਂ ਹੀ ਗੱਲਾਂ ਵਿੱਚ ਚੱਲ ਰਿਹਾ ਸੀ, ਕਿਦਾਰ ਬਾਬਤ ਤੇ ਜਾਂ ਸਹੁਰੇ ਘਰ ਬਾਬਤ। ਉਸ ਦੀ ਮਾਂ ਗੁੱਜਰ ਖਾਨ ਜਿਸ ਕੰਮ ਲਈ ਗਈ ਸੀ, ਇਸ ਕੰਮੋਂ ਵੀਣਾ ਸਿਰਫ ਜਾਣੂ ਸੀ, ਬਲਕਿ ਉਸ ਨੂੰ ਆਪਣੇ ਭਵਿੱਖ ਜੀਵਨ ਦਾ ਇੱਕ ਸੁਨਹਿਰੀ ਸੁਪਨਾ ਵੀ ਇਸ ਦੇ ਪਿੱਛੇ ਲੁਕਿਆ ਹੋਇਆ ਮਹਿਸੂਸ ਹੋ ਰਿਹਾ ਸੀ। ਮਤੇ ਉਹ ਇਨਕਾਰ ਕਰ ਦੇਣ। ਜਿਉਂ ਹੀ ਇਹ ਛੋਟਾ ਜਿਹਾ ਪ੍ਰਸ਼ਨ ਵੀਣਾ ਦੇ ਅੰਦਰ ਉੱਠਦਾ, ਆਪਣਾ ਦਿਲ ਉਸ ਦਾ ਡਹਿੰਦਾ ਮਾਲੂਮ ਹੁੰਦਾ। ਪਰ ਜਦੋਂ ਹੀ ਮੁੜ ਉਸ ਨੂੰ ਅਹਿਸਾਸ ਹੁੰਦਾ ਕਿ ਇਨਕਾਰ ਦਾ ਕੋਈ ਕਾਰਨ ਨਹੀਂ, ਜਦਕਿ ਉਹਨਾਂ ਦੀ ਮੰਗ ਪੂਰੀ ਕਰਨ ਦੀ ਜ਼ਿੰਮੇਦਾਰੀ ਕਿਦਾਰ ਨੇ ਆਪਣੇ ਸਿਰ ਤੇ ਲੈ ਲਈ ਹੈ, ਤਾਂ ਉਹ ਆਪਣੇ ਆਪ ਨੂੰ ਕਿਸੇ ਨਵ ਉਤਸ਼ਾਹੀ ਵੇਗ ਦੇ ਆਕਾਸ਼ ਵਿੱਚ ਉੱਡਦੀ ਮਹਿਸੂਸ ਕਰਦੀ। ਚੰਨ ਦੀਆਂ ਦਰਸਾਈਆਂ ਹੋਈਆਂ ਉਹ ਸਾਰੀਆਂ ਕਲਪਿਤ ਤਸਵੀਰਾਂ ਉਸ ਦੀਆਂ ਅੱਖਾਂ ਅੱਗੇ ਫਿਰਨ ਲੱਗਦੀਆਂ। ਉਹ ਬੜਾ ਸੋਹਣਾ ਹੈ, ਬੜਾ ਚੰਗਾ ਗਾਉਂਦਾ ਹੈ, ਉਹਨਾਂ ਦੇ ਖੂਹ ਬਾਗ ਹਵੇਲੀਆਂ। ਕਿਦਾਰ ਇੰਨਾ ਰੁਪਇਆ ਕਿੱਥੋਂ ਲਿਆਵੇਗਾ? ਇਹ ਪ੍ਰਸ਼ਨ ਨੇ ਵਿੱਚ ਕਈ ਵਾਰੀ ਉਸ ਨੂੰ ਉਲਝਣ ਜਿਹੀ ਵਿੱਚ ਪਾਇਆ। ਪਰ ਇਹ ਸੋਚ ਕੇ ਉਹ ਜ਼ਰੂਰ ਕਰ ਲਵੇਗਾ, ਤਸੱਲੀ ਜੁ ਦਿੱਤੀ ਸੂ ਆਪਣੇ ਆਪ ਹੀ ਉਸ ਦੀ ਉਲਝਣ ਸੁਲਝ ਜਾਂਦੀ, ਤੇ ਇਸ ਦੇ ਨਾਲ ਹੀ ਆਪਣੇ ਉਪਕਾਰੀ ਤੇ ਮਿੱਠੇ ਕਿਦਾਰ ਦੇ ਪਿਆਰ ਵਿੱਚ ਉਸ ਦਾ ਸਾਰਾ ਮਨ
ਗੜੰਦੂ ਹੋ ਜਾਂਦਾ। ਦੁਪਹਿਰ ਦੀ ਰੋਟੀ ਦਾ ਵਕਤ ਬੀਤ ਜਾਣ ਤੇ ਵੀ ਕਿਦਾਰ ਨਾ ਮੁੜਿਆ ਤਾਂ ਵੀਣਾ ਸੋਚਣ ਲੱਗੀ, ਮਤੇ ਜ਼ਿਆਦਾ ਬਿਮਾਰ ਹੋ ਗਿਆ ਹੋਵੇ। ਭੈਣਾਂ ਭਰਾਵਾਂ ਨੂੰ ਰੋਟੀ ਖਵਾ ਕੇ ਤੇ ਚੌਕਾ ਭਾਂਡਾ ਸਾਂਭ ਕੇ ਉਹ ਵਿਹਲੀ ਹੋ ਗਈ ਤੇ ਉਸੇ ਤਰ੍ਹਾਂ ਸਵੇਰ ਦੀ ਭੁੱਖੀ ਭਾਣੀ ਜਾ ਕੇ ਲੰਮੀ ਪੈ ਗਈ। ਕਈ ਵਾਰੀ ਉਸਨੇ ਆਪ ਜਾ ਕੇ ਵੇਖਿਆ ਤੇ ਕਈ ਵਾਰੀ ਮੁੰਡੇ ਕੁੜੀਆਂ ਨੂੰ ਭੇਜਿਆ, ਪਰ ਹਰ ਵਾਰ ਕਿਦਾਰ ਦਾ ਕੁੰਡਾ ਵੱਜਾ ਹੋਇਆ ਹੁੰਦਾ। ਉਸਨੇ ਵਿਦਿਆ ਨੂੰ ਕਹਿ ਛੱਡਿਆ ਸੀ ਕਿ ਬਾਹਰ ਟਾਹਲੀ ਹੇਠ ਬੈਠ ਕੇ ਕਿਦਾਰ ਦੇ ਆਉਣ ਦਾ ਧਿਆਨ ਰੱਖੇ। ਅਖੀਰ ਚੋਖੀ ਉਡੀਕ ਤੋਂ ਬਾਅਦ ਉਸਨੂੰ ਵਿਦਿਆ ਪਾਸੋਂ ਪਤਾ ਲੱਗਿਆ ਕਿ ਕਿਦਾਰ ਆਇਆ ਸੀ ਤੇ ਪੁੱਛ ਕੇ ਬੂਹੇ ਅੱਗੋਂ ਹੀ ਮੁੜ ਗਿਆ ਹੈ। ਵੀਣਾ ਨੇ ਉੱਠ ਕੇ ਝਟਪਟ ਕੱਪੜੇ ਬਦਲੇ, ਕੰਘੀ ਵਾਹੀ ਤੇ ਬਾਹਰ ਨਿਕਲ ਕੇ ਕਿਦਾਰ ਦੇ ਘਰ ਵੱਲ ਤੁਰ ਪਈ। ਅੰਦਰੋਂ ਬੂਹਾ ਬੰਦ ਵੇਖ ਕੇ ਪਹਿਲਾਂ ਉਸਨੇ ਖੜਕਾ ਕੀਤੀ, ਫਿਰ ਆਵਾਜ਼ਾਂ ਦਿੱਤੀਆਂ, ਪਰ ਉਸਦੇ ਉੱਤਰ ਵਿੱਚ ਵੀਣਾ ਨੇ ਜੋ ਕੁਝ ਸੁਣਿਆ, ਇਹ ਉਸਦੀ ਆਸ ਉਮੀਦ ਤੋਂ ਉੱਕਾ ਹੀ ਉਲਟ ਸੀ। ਇਤਨੀ ਕੜਵੀ ਆਵਾਜ਼ ਤੇ ਇੰਨੇ ਨਿਰਾਦਰ ਭਰਪੂਰ ਉਸਨੂੰ ਆਪਣੇ ਕੰਨਾਂ ਉੱਤੇ ਇਤਬਾਰ ਕਰਨਾ ਔਖਾ ਹੋ ਗਿਆ। ਵੀਣਾ ਦਾ ਦਿਲ ਜਿੰਨਾ ਹੀ ਕੋਮਲ ਸੀ, ਓਨੀ ਕਰੜੀ ਸੱਟ ਉੱਤੇ ਵੱਜੀ। ਉਹ ਘਬਰਾ ਉੱਠੀ, ਯਕੀਨ ਕਰਨ ਲਈ ਕਿ ਇਹ ਆਵਾਜ਼ ਕੀ ਸੱਚਮੁੱਚ ਕਿਦਾਰ ਦੀ ਹੈ। ਵੀਣਾ ਨੇ ਇੱਕ ਦੋ ਵਾਰੀ ਫੇਰ ਆਵਾਜ਼ਾਂ ਦਿੱਤੀਆਂ, ਪਰ ਜਦ ਫੇਰ ਵੀ ਅੰਦਰੋਂ ਉਸੇ ਸੁਰ ਤਾਲ ਵਿੱਚ ਜਵਾਬ ਮਿਲਿਆ ਤਾਂ ਵੀਣਾ ਉੱਥੇ ਖੜੀ ਨਾ ਰਹਿ ਸਕੀ। ਇੱਕ ਵਾਰੀ ਉਸਦੇ ਦਿਲ ਵਿੱਚ ਆਇਆ ਕਿ ਉਹ ਗਿੜਗਿੜਾ ਕੇ ਤਰਲੇ ਭਰੀ ਆਵਾਜ਼ ਵਿੱਚ ਕਿਦਾਰ ਪਾਸੋਂ ਇਸ ਕ੍ਰੋਧ ਦਾ ਕਾਰਨ ਪੁੱਛੇ, ਨਾਲ ਹੀ ਉਹ ਆਪਣੀ ਨਿਰਦੋਸ਼ਤਾ ਦਾ ਹਰ ਇੱਕ ਸਬੂਤ ਪੇਸ਼ ਕਰੇ, ਪਰ ਝੱਟ ਹੀ ਉਸਦਾ ਸਵੈਮਨ ਪੁਕਾਰਿਆ, ਇਹ ਕੌਣ ਹੈ ਮੇਰਾ ਅਪਮਾਨ ਕਰਨ ਵਾਲਾ? ਕੀ ਮੈਂ ਛੋਟੀ ਜਿਹੀ ਬਾਲੜੀ ਸਾਂ ਜੋ ਇਸ ਨੇ ਮੈਨੂੰ ਇਸ ਤਰ੍ਹਾਂ ਝਿੜਕ ਸੁੱਟਿਆ? ਮੈਂ ਕਿਉਂ ਇਸ ਅੱਗੇ ਰਹਿਮ ਦੀ ਅਪੀਲ ਕਰਾਂ ਤੇ ਫਿਰ ਕਿਹੜੇ ਕਸੂਰ ਬਦਲੇ? ਇਹ ਸੋਚਦੀ ਹੋਈ ਵੀਣਾ ਪਿਛਾਂਹ ਮੁੜ ਗਈ ਤੇ ਉਵੇਂ ਹੀ ਘਰ ਅੰਦਰ ਜਾ ਕੇ ਮੰਜੇ ਤੇ ਮੂੰਹ ਭਾਰ ਲੇਟ ਗਈ। ਜਿੰਨਾ ਕੁ ਚਿਰ ਉਹ ਅਥਰੂਆਂ ਨਾਲ ਸਿਰਹਾਣਾ ਭਿੱਜਦੀ ਰਹੀ, ਉਸਨੂੰ ਕੁਝ ਪਤਾ ਨਹੀਂ ਸੀ। ਪੇੜ ਪਹੁੰਚਾਉਣ ਵਾਲੀਆਂ ਚੀਜ਼ਾਂ ਵਿੱਚੋਂ ਸਭ ਤੋਂ ਮਾਰੂ ਤੇ ਅਸਲ ਚੀਜ਼ ਅਪਮਾਨ ਹੈ, ਖਾਸ ਕਰਕੇ ਉਸ ਦਿਲ ਦਾ ਅਪਮਾਨ ਜਿਹੜਾ ਕਿਸੇ ਪਿਆਰ ਸਾਗਰ ਵਿੱਚ ਤਰ ਰਿਹਾ ਹੋਏ। ਵੀਣਾ ਦੇ ਹਟਕੋਰਿਆਂ ਵਿੱਚ ਮੁੜ ਮੁੜ ਇਹੋ ਪ੍ਰਸ਼ਨ ਉੱਠਦਾ, ਉਸਨੇ ਮੈਨੂੰ ਕਿਉਂ ਦੁਤਕਾਰਿਆ? ਮੈਂ ਉਸਦਾ ਕੀ ਵਿਗਾੜਿਆ ਸੀ? ਤੇ ਇਸ ਦੇ ਨਾਲ ਹੀ ਉਸਦੇ ਅੰਦਰ ਇੱਕ ਹੋਰ ਸੋਚ ਉੱਠੀ, ਕਿਤੇ ਉਸਦਾ ਦਿਮਾਗ ਤੇ ਖਰਾਬ ਨਹੀਂ ਹੋ ਗਿਆ, ਮਤੇ ਉਹ ਬੇਹੋਸ਼ੀ ਜਾਂ ਅੱਧ-ਹੋਸ਼ੀ ਦੀ ਹਾਲਤ ਵਿੱਚ ਬੜਬੜਾਇਆ ਹੋਵੇ, ਮਤੇ ਉਸਨੂੰ ਸਖ਼ਤ ਕਿਸਮ ਦਾ ਬੁਖ਼ਾਰ ਜਾਂ ਸਰਸਾਮ ਹੋ ਗਿਆ ਹੋਵੇ। ਨਹੀਂ ਜੇ ਭਲਾ ਕਿਦਾਰ ਦੀ ਆਖ ਤੇ ਇੰਨਾ ਗੁੱਸਾ ਕੀ ਆਖ? ਉਸਦੇ ਮੱਥੇ ਉੱਤੇ ਤਾਂ ਕਦੀ ਵੱਟ ਤੱਕ ਨਹੀਂ ਸੀ ਵੇਖਿਆ। ਜ਼ਰੂਰ ਕੋਈ ਖਾਸ ਗੱਲ ਹੈ। ਨਹੀਂ, ਉਹ ਇਹਨਾਂ ਵਿਚਾਰਾਂ ਨੂੰ ਅਧੂਰੇ ਹੀ ਛੱਡ ਕੇ ਇੱਕ ਵਾਰੀ ਫੇਰ ਮੰਜੇ ਤੋਂ ਉੱਠੀ। ਨਿਰਾਦਰ ਦਾ ਜਿਹੜਾ ਚੰਗਿਆੜਾ ਉਸਦੇ ਅੰਦਰ ਮੱਗ ਰਿਹਾ ਸੀ, ਆਪਣੇ ਆਪ ਠੰਡਾ ਹੋ ਗਿਆ। ਬਾਹਰ ਜਾ ਕੇ ਉਸਨੇ ਬਸੰਤ ਨੂੰ ਸੱਦਿਆ ਤੇ ਇਹ ਪਤਾ ਕਰਨ ਲਈ ਕਿ ਕਿਦਾਰ ਦਾ ਬੂਹਾ ਖੁੱਲ੍ਹਾ ਹੈ ਕਿ ਬੰਦ। ਉਸਨੇ ਕਿਦਾਰ ਦੇ ਘਰ ਵੱਲ ਭੇਜਿਆ। ਬਸੰਤ ਨੇ ਆ ਕੇ ਦੱਸਿਆ, ਬੂਹਾ ਅੰਦਰੋਂ ਬੰਦ ਹੈ। ਮੈਂ ਆਵਾਜ਼ਾਂ ਮਾਰੀਆਂ, ਬੂਹਾ ਵੀ ਖੜਕਾਇਆ, ਪਰ ਅੰਦਰੋਂ ਕੋਈ ਜਵਾਬ ਨਹੀਂ ਮਿਲਿਆ, ਭਾਵੇਂ ਬੇਹੋਸ਼ ਪਿਆ ਹੋਵੇ। ਇਹੋ ਸੋਚਦੀ ਹੋਈ ਵੀਣਾ ਆਪ ਉਸਦੇ ਘਰ ਵੱਲ ਤੁਰ ਪਈ, ਪਰ ਕਿਦਾਰ ਦੇ ਘਰ ਲਾਗੇ ਖੜੀਆਂ ਦੋ ਤਿੰਨ ਜ਼ਨਾਨੀਆਂ ਨੇ ਆਪੋ ਵਿੱਚ ਗੱਲ ਕਰਦਿਆਂ ਵੇਖ ਕੇ ਵੀਣਾ ਅਗਾਂਹ ਨਾ ਜਾ ਸਕੀ। ਉਹ ਸੋਚਣ ਲੱਗੀ, ਆਂਢੀ ਗੁਆਂਢੀ ਕੀ ਕਹਿੰਦੇ ਹੋਣਗੇ? ਮਾਰ ਕਰਨੀ ਸੂ ਤੇ ਇਹ ਘੜੀ ਮੁੜੀ ਉਹਦਾ ਬੂਹ ਭੰਨਣ ਤੇ ਸੰਗ ਪਾੜਨ ਡਈ ਹੋਈ ਏ। ਫਿਰ ਉਹ ਫੇਰ ਪਿਛਾਂਹ ਮੁੜ ਪਈ। ਸ਼ਾਮ ਨੂੰ ਵੀਣਾ ਨੇ ਕੁਝ ਨਹੀਂ ਖਾਧਾ। ਸੰਧਿਆ ਪੈ ਗਈ, ਫਿਰ ਰਾਤ ਤੇ ਇਸ ਤੋਂ ਬਾਅਦ ਸੌਤਾ। ਵੀਣਾ ਨੇ ਕੋਠੇ ਜਾ ਕੇ ਦੋਹਾਂ ਮੰਜੀਆਂ ਤੇ ਵਿਛਾਈਆਂ ਕੀਤੀਆਂ। ਇੱਕ ਉੱਤੇ ਉਸਨੇ ਭੈਣ ਭਰਾ ਨੂੰ ਸੁਆ ਦਿੱਤਾ ਤੇ ਦੂਜੇ ਉੱਤੇ ਆਪ ਲੰਮੀ ਪੈ ਗਈ, ਪਰ ਅੱਜ ਉਸਦੀਆਂ ਅੱਖਾਂ ਵਿੱਚ ਨੀਂਦਰ ਦਾ ਨਾਂ ਨਿਸ਼ਾਨ ਨਹੀਂ ਸੀ। ਅੱਗੇ ਮੰਜੀ ਤੇ ਪੈਂਦੇ ਹੀ ਉਹ ਸੌ ਜਾਇਆ ਕਰਦੀ ਸੀ। ਇੱਕ ਗਰਮੀ ਦੀ ਰੁੱਤ ਤੇ ਦੂਜਾ ਅੱਜ ਹਵਾ ਬਿਲਕੁਲ ਬੰਦ ਸੀ। ਪਲ ਪਲ ਪਿਛੋਂ ਉਹ ਸੋਚਦੀ, ਕਿਸ ਤਰ੍ਹਾਂ ਏਡੇ ਹੱਸੜ ਵਿੱਚ
ਹੁਸੜ ਵਿੱਚ ਅੰਦਰ ਵੜ ਕੇ ਸੁੱਤਾ ਹੋਇਆ ਹੈ। ਮਤੇ ਕਿਤੇ ਅਜਿਹਾ ਨਾ ਹੋਵੇ ਕਿ ਤੇ ਇਸ ਸੋਚ ਦੇ ਫਲਸਰੂਪ ਉਹ ਭੁੜਕ ਕੇ ਮੰਜੇ ਤੋਂ ਮੰਜੇ ਤੋਂ ਹੇਠਾਂ ਉੱਤਰ ਖਲੋਤੀ ਤੇ ਉਸ ਦੇ ਪੈਰ ਬਦੋਬਦੀ ਪੌੜੀਆਂ ਵੱਲ ਹੋ ਤੁਰੇ। ਪਰ 2-4 ਪੌੜੀਆਂ ਉਤਰਨ ਤੋਂ ਬਾਅਦ ਮੁੜ ਉਹ ਖਿਆਲ ਉਸ ਨੂੰ ਮੋੜ ਲਿਆਉਂਦਾ, ਕੋਈ ਕੀ ਕਹੇਗਾ। ਰਾਤ ਦੇ ਇਸ ਘੁੱਪ ਹਨੇਰੇ ਵਿੱਚ ਤੇ ਉਹ ਫਿਰ ਮੰਜੇ ਉੱਤੇ ਆ ਲੰਮੀ ਪੈਂਦੀ। ਆਕਾਸ਼ੀ ਝਿਲਮਿਲ ਕਰਦੇ ਤਾਰਿਆਂ ਉੱਤੇ ਨਜ਼ਰ ਗੱਡੀ ਵੀਣਾ ਉਤਾਣੇ ਮੂੰਹ ਲੇਟੀ ਸੀ। ਧੁੰਦਲ ਤੇ ਉਘੜ ਦੁਗੜੀ ਤਾਰਿਆਂ ਦੀ ਸੜਕ ਉੱਤੇ ਜਿਸ ਦਾ ਸ਼ਿਕੜਲਾ ਸਿਰ ਫੈਲਦਾ ਆਖਿਰ ਤਾਰਿਆਂ ਦੀ ਭੀੜ ਵਿੱਚ ਹੀ ਗੁੰਮ ਹੋ ਗਿਆ ਸੀ। ਵੀਣਾ ਦੀਆਂ ਅੱਖਾਂ ਟਿਕੀਆਂ ਹੋਈਆਂ ਸਨ ਤੇ ਉਹ ਬਰਾਬਰ ਪੜਚੋਲ ਰਹੀ ਸੀ। ਇਹ ਇਤਨੇ ਬੇਸ਼ੁਮਾਰ ਤਾਰੇ ਕਿਸ ਤਰ੍ਹਾਂ ਆਕਾਸ਼ ਵਿੱਚ ਸਮਾਏ ਹੋਏ ਨੇ ਤੇ ਇਹ ਲੰਮੀ ਚੌੜੀ ਸੜਕ ਕਿੱਧਰ ਜਾਂਦੀ ਹੈ। ਇਸ ਵੇਲੇ ਉਸ ਦੇ ਕੰਨ ਵਿੱਚ ਗੱਡੀ ਦੇ ਚੀਕ ਮਾਰਨ ਦੀ ਆਵਾਜ਼ ਪਈ। ਉਹ ਸੋਚਣ ਲੱਗੀ, ਬੇਜੀ ਇਸ ਵੇਲੇ ਕਿੱਥੇ ਹੋਣਗੇ। ਸ਼ਾਇਦ ਉਹਨਾਂ ਦੇ ਘਰੇ। ਨਹੀਂ, ਉਹਨਾਂ ਦੇ ਘਰ ਉਹ ਕਿਵੇਂ ਸੌ ਸਕਦੀ ਹੈ। ਕੱਚਾ ਕੁਆਰਾ ਸਾਕ ਹੈ। ਕਦੀ ਹੋ ਸਕਦਾ ਹੈ ਉਹ ਜ਼ਰੂਰ ਕਿਸੇ ਹੋਰ ਰਿਸ਼ਤੇਦਾਰ ਦੇ ਘਰ ਚਲੀ ਗਈ ਹੋਵੇ। ਮੇਰੇ ਤਾਏ ਦੇ ਪੁੱਤਰ ਵੀ ਤਾਂ ਉਸੇ ਸ਼ਹਿਰ ਰਹਿੰਦੇ ਨੇ, ਜ਼ਰੂਰ ਉਹਨਾਂ ਦੇ ਘਰ ਚਲੀ ਗਈ ਹੋਵੇਗੀ। ਕੁੜਮਾਂ ਦੇ ਘਰ ਭਲਾ ਕਿੱਕਣ ਸੌ ਸਕਦੀ ਹੈ। ਪਰ ਉਹ ਗਈ ਕਿਉਂ ਉਹਨਾਂ ਦੇ ਘਰ? ਕੀ ਰਹਿਮ ਦੀ ਦਰਖਾਸਤ ਕਰਨ ਲਈ? ਕੀ ਇਹ ਬੇਨਤੀ ਕਰਨ ਲਈ ਕਿ ਉਹ ਜ਼ਰੂਰ ਉਸ ਦੀ ਧੀ ਨੂੰ ਕਬੂਲ ਕਰ ਲੈਣ? ਉਫ਼, ਕੀ ਲੋੜ ਸੀ ਉਸ ਨੂੰ ਇਤਨਾ ਜਲੀਲ ਹੋਣ ਦੀ। ਆਪਣੀ ਅਣਖ ਗੁਆ ਕੇ, ਆਪਣਾ ਸਵੈਮਾਨ ਰੋਲ ਕੇ ਤੇ ਉਸ ਨੇ ਉਹਨਾਂ ਨੂੰ ਰਾਜ਼ੀ ਕਰ ਵੀ ਲਿਆ ਤਾਂ ਕਿਹੜੀ ਬਹਾਦਰੀ ਹੋਈ। ਕੀ ਲਿਖਿਆ ਸੀ ਉਹਨਾਂ ਦੇ ਖੱਤ ਵਿੱਚ? ਸਾਡਾ ਲੜਕਾ ਹਾਲੇ ਵਿਆਹ ਨਹੀਂ ਕਰਾਉਣਾ ਚਾਹੁੰਦਾ। ਤਾਂ ਕੀ ਵੀਣਾ ਹੀ ਇੰਨੀ ਬੇਕਰਾਰ ਹੈ ਵਿਆਹ ਲਈ? ਕਾਸ਼ ਕਦੀ ਮੇਰੀ ਮਾਂ ਇਸ ਬਾਰੇ ਮੇਰੀ ਵੀ ਸਲਾਹ ਪੁੱਛ ਲੈਂਦੀ ਤੇ ਮੈਂ ਸਾਫ਼ ਕਹਿ ਦਿੰਦੀ, ਏਡੇ ਹੰਕਾਰਿਆਂ ਦੀ ਮੈਂ ਕੱਖ ਜਿੰਨੀ ਪਰਵਾਹ ਨਹੀਂ ਕਰਦੀ। ਮੈਂ ਸਾਰੀ ਉਮਰ ਕੁਆਰੀ ਰਹਿਣਾ ਮਨਜ਼ੂਰ ਕਰਾਂਗੀ। ਪਰ ਇਹਨਾਂ ਗੱਲਾਂ ਨੂੰ ਸੋਚਦਿਆਂ ਵੀਣਾ ਨੂੰ ਇੱਕ ਵਾਰੀ ਫੇਰ ਚੰਨੋ ਦੀਆਂ ਕਹੀਆਂ ਗੱਲਾਂ ਉੱਤੇ ਚੇਤੇ ਆਇਆ। ਉਹ ਤੈਨੂੰ ਬੜਾ ਪਿਆਰ ਕਰਦਾ ਹੈ। ਹਰ ਵੇਲੇ ਮੈਥੋਂ ਤੇਰੀਆਂ ਹੀ ਗੱਲਾਂ ਪੁੱਛਦਾ ਰਹਿੰਦਾ ਹੈ। ਤੇ ਇਹਨਾਂ ਗੱਲਾਂ ਨੇ ਵੀਣਾ ਦੇ ਉਪਰੋਕਤ ਖਿਆਲਾਂ ਵਿੱਚ ਰਸਤਾ ਇੱਕਦਮ ਮੋੜ ਦਿੱਤਾ। ਨਹੀਂ, ਇਹ ਸਭ ਚਲਾਕੀ ਉਸ ਦੇ ਮਾਪਿਆਂ ਦੀ ਹੈ, ਜਿਹੜੇ ਆਪਣੇ ਪੁੱਤਰ ਦੀ ਵੱਧ ਤੋਂ ਵੱਧ ਕੀਮਤ ਵੱਟਣੀ ਚਾਹੁੰਦੇ ਨੇ। ਉਸ ਵਿਚਾਰੇ ਦਾ ਕੀ ਕਸੂਰ ਹੈ ਇਸ ਮਾਮਲੇ ਵਿੱਚ? ਇਸ ਵੇਲੇ ਵੀਣਾ ਆਪਣੇ ਆਪ ਨੂੰ ਕਿਸੇ ਨਵੀਂ ਦੁਨੀਆਂ ਵਿੱਚ ਅਨੁਭਵ ਕਰ ਰਹੀ ਸੀ। ਜੜਾਊ ਗਹਿਣਿਆਂ ਵਿੱਚ ਮੜੀ ਤੇ ਸਲਮੇ ਸਿਤਾਰਿਆਂ ਵਿੱਚ ਲਪੇਟੀ ਮਹਿਸੂਸ ਕਰ ਰਹੀ ਸੀ। ਉਸ ਨੂੰ ਜਾਪਦਾ ਸੀ ਜਿਵੇਂ ਉਸ ਦੇ ਹੱਥ ਉੱਤੇ ਮਹਿੰਦੀ ਦਾ ਗੂੜ੍ਹਾ ਰੰਗ, ਬਾਹਾਂ ਵਿੱਚ ਅਰਕਾਂ, ਤਿੱਖ ਹਾਥੀ ਦੰਦ ਦਾ ਚੂੜਾ ਤੇ ਨੱਕ ਵਿੱਚ ਸ਼ਿਕਾਰਪੁਰੀ ਨੱਥ ਮੌਜੂਦ ਸੀ। ਉਸ ਨੇ ਅੱਖਾਂ ਝਮਕੀਆਂ। ਤਾਰਿਆਂ ਦੀ ਉਹ ਸੜਕ ਅੱਗੇ ਨਾਲੋਂ ਸਾਫ਼ ਹੋ ਗਈ ਸੀ, ਕਿਉਂਕਿ ਚੰਦਰਮਾ ਦਾ ਦਾਤਰੀਨੁਮਾ ਟੁਕੜਾ, ਜਿਹੜਾ ਹੁਣ ਤੱਕ ਤਾਰਿਆਂ ਦੀ ਲੌ ਨੂੰ ਫਿੱਕੀ ਕਰ ਰਿਹਾ ਸੀ, ਆਪਣੀ ਨੌਕਰੀ ਖ਼ਤਮ ਕਰਕੇ ਵਾਪਸ ਜਾ ਚੁੱਕਾ ਸੀ। ਹਰ ਪਾਸੇ ਸੰਘਣਾ ਹਨੇਰਾ ਸੀ। ਅੱਖਾਂ ਝਪਕਦਿਆਂ ਹੀ ਵੀਣਾ ਦੀਆਂ ਅੱਖਾਂ ਅੱਗੋਂ ਸਾਰੀ ਦੀ ਸਾਰੀ ਕਲਪਿਤ ਦੁਨੀਆਂ ਅਲੋਪ ਹੋ ਗਈ। ਉਸ ਨੇ ਆਪਣਾ ਹੱਥ ਤੇ ਬਾਂਹ ਨੂੰ ਕੁਝ ਇਸ ਤਰ੍ਹਾਂ ਵੇਖਿਆ ਜਿਵੇਂ ਸੱਚ-ਮੁੱਚ ਇਹਨਾਂ ਉੱਤੇ ਹੁਣੇ ਕੁਝ ਹੈ ਸੀ। ਉਸ ਨੇ ਸੱਜੇ ਖੱਬੇ ਨਜ਼ਰ ਦੌੜਾਈ ਤੇ ਹਨੇਰੇ ਵਿੱਚ ਹੀ ਕਿਦਾਰ ਦਾ ਕਮਰਾ ਉਸ ਦੇ ਸਾਹਮਣੇ ਫਿਰਨ ਲੱਗਾ। ਕੋਠੜੀ ਵਿੱਚ ਮੰਜੇ ਦੇ ਉੱਤੇ ਚੱਦਰ ਵਿੱਚ ਲਪੇਟਿਆ ਹੋਇਆ ਕਿਦਾਰ ਦਾ ਮੁੜ ਕੇ ਚਬੋੜਿਆ ਸਰੀਰ ਉਸ ਨੂੰ ਜਿਵੇਂ ਕਈ ਵਰ੍ਹਿਆਂ ਦੀ ਭੁੱਲੀ ਹੋਈ ਗੱਲ ਯਾਦ ਹੋ ਆਈ ਹੈ। ਉਹ ਅਜੇ ਤੱਕ ਅੰਦਰ ਹੈ, ਇਸ ਕਹਿਰਾਂ ਦੀ ਗਰਮੀ ਵਿੱਚ। ਤੇ ਉਹ ਇੱਕ ਵਾਰੀ ਫੇਰ ਉੱਠ ਕੇ ਬੈਠ ਗਈ, ਪਰ ਮੰਜਿਓਂ ਉਤਰਨ ਤੋਂ ਪਹਿਲਾਂ ਹੀ ਫੇਰ ਲੰਮੀ ਪੈ ਗਈ। ਦੂਰ ਕਿਸੇ ਘੜਿਆਲ ਉੱਤੇ ਉੱਪਰੋਂ ਥੱਲੀਂ 12 ਚੋਟਾਂ ਵੱਜੀਆਂ। ਵੀਣਾ ਨੇ ਮਹਿਸੂਸ ਕੀਤਾ ਜਿਵੇਂ ਉਸ ਦੇ ਕਲੇਜੇ ਨੂੰ ਖੋਹ ਪੈ ਰਹੀ ਹੈ, ਸ਼ਾਇਦ ਭੁੱਖ ਨਾਲ। ਤੇ ਇਸ ਤੋਂ ਬਾਅਦ ਸਵੇਰ ਤੋਂ ਲੈ ਕੇ ਹੁਣ ਤੱਕ ਸਾਰਾ ਸਮਾਂ ਇੱਕ ਵਾਰੀ ਫੇਰ ਉਸ ਦੇ ਸਾਹਮਣਿਓਂ ਲੰਘਣ ਲੱਗਾ। ਉਹ ਸਵੇਰ ਤੋਂ ਲੈ ਕੇ ਹੁਣ ਤੱਕ ਨਿਰਾ ਰਾਹ ਸੀ।
ਉਸਨੇ ਦੁਬਾਰਾ ਅਸਮਾਨ ਵੱਲ ਨਜ਼ਰ ਫੇਰੀ, ਪਰ ਏਤਕੀ ਉਸਦੀ ਨਜ਼ਰ ਟਿਕੀ ਨਹੀਂ, ਨਾ ਤਾਰਿਆਂ ਭਰੇ ਆਕਾਸ਼ ਉੱਤੇ ਤੇ ਨਾ ਹੀ ਮੋਕਲੀ ਸੜਕ ਉੱਤੇ। ਤਾਰਿਆਂ ਦੀ ਚਮਕ ਪਾਸੋਂ ਉਸਨੂੰ ਡਰ ਜਿਹਾ ਭਾਸਣ ਲੱਗਾ। ਉਸਨੇ ਨਜ਼ਰ ਨੀਵੀਂ ਕਰ ਲਈ। ਹੌਲੀ-ਹੌਲੀ ਉਸਦੀਆਂ ਪਲਕਾਂ ਭਾਰੀਆਂ ਹੋਣ ਲੱਗੀਆਂ। ਵੀਣਾ ਦੀ ਅੰਤਰਾਤਮਾ ਸੁਪਨ ਮੰਡਲ ਵਿੱਚ ਉਡਾਰੀਆਂ ਲਾਂਦੀ ਹੋਈ ਉੱਥੇ ਜਾ ਪਹੁੰਚੀ, ਜਿੱਥੇ ਉਸਦੇ ਜੀਵਨ ਦੀਆਂ ਸਾਰੀਆਂ ਰੀਝਾਂ ਸਜੀਵ ਰੂਪ ਧਾਰ ਕੇ ਇੱਕ ਸੋਹਣੇ, ਸੁਡੌਲ ਤੇ ਪਿਆਰ ਰਤੇ ਗੱਭਰੂ ਦੇ ਰੂਪ ਵਿੱਚ ਉਸਦੇ ਸਾਹਮਣੇ ਮੌਜੂਦ ਸਨ। ਸ਼ਾਇਦ ਇਹ ਉਹ ਦੁਨੀਆ ਸੀ ਜਿਹੜੀ ਕੁਆਰੇਪਨ ਤੇ ਵਿਆਹਤ ਜੀਵਨ ਦੀ ਸਰਹੱਦ ਉੱਤੇ ਵਰਤਮਾਨ ਹੁੰਦੀ ਹੈ, ਜਿਸ ਨੂੰ ਸੁਹਾਗ ਰਾਤ ਦੇ ਨਾਮ ਨਾਲ ਪੁਕਾਰਿਆ ਜਾਂਦਾ ਹੈ। ਵੀਣਾ ਦੀਆਂ ਬਾਹਾਂ ਵਿੱਚ ਦੰਦ ਖੰਡ ਦਾ ਚੂੜਾ ਛਣਕ ਰਿਹਾ ਸੀ, ਨੱਕ ਵਿੱਚ ਸ਼ਿਕਾਰ ਪੂਰੀ ਨੱਥ ਤੇ ਹੱਥਾਂ ਉੱਤੇ ਮਹਿੰਦੀ ਦਾ ਗੂੜ੍ਹਾ ਰੰਗ। ਉਸਦੇ ਸਾਹਮਣੇ ਵੰਨ-ਸੁਵੰਨੀਆਂ ਮਿਠਾਈਆਂ ਤੇ ਸੁਆਦਲੇ ਖਾਣਿਆਂ ਦਾ ਭਰਪੂਰ ਥਾਲ ਪਰੋਸਿਆ ਗਿਆ ਸੀ ਤੇ ਮਨ ਭਾਉਂਦੀਆਂ ਚੀਜ਼ਾਂ ਨੂੰ ਬੜੇ ਸੁਆਦ ਨਾਲ ਖਾ ਰਹੀ ਸੀ, ਨਾਲ ਹੀ ਕਿਸੇ ਨੂੰ ਖੁਆ ਰਹੀ ਸੀ। ਫਿਰ ਉਸਨੇ ਆਪਣੇ ਆਪ ਨੂੰ ਫੁੱਲਾਂ ਲੱਦੇ ਬੂਟਿਆਂ ਨਾਲ ਭਰਪੂਰ ਬਾਗ ਵਿੱਚ ਵੇਖਿਆ, ਜਿਸ ਦੇ ਲਾਂਘੇ ਹੀ ਇੱਕ ਖੂਹ ਵਗ ਰਿਹਾ ਸੀ, ਜਿਸ ਦੀ ਚਾਂਦੀ ਰੰਗਾ ਪਾਣੀ ਆਡਾ ਥਾਣੀ ਵਲਾਵੇ ਖਾਂਦਾ ਹੋਇਆ ਫੁੱਲਾਂ ਬੂਟਿਆਂ ਨੂੰ ਸਿੰਚਦਾ ਚਲਾ ਜਾ ਰਿਹਾ ਸੀ। ਇੱਕ ਅੰਬ ਦੇ ਦਰਖ਼ਤ ਹੇਠਾਂ ਵੀਣਾ ਕਿਸੇ ਨਾਲ ਪੀਂਘ ਝੂਟ ਰਹੀ ਸੀ। ਪੀਂਘ ਜਿਉਂ ਹੀ ਹੁਲਾਰੇ ਚੜ੍ਹਦੀ, ਉਸਦਾ ਸਾਥੀ ਉੱਚੀਆਂ ਟਹਿਣੀਆਂ ਨਾਲੋਂ ਅੰਬ ਤੋੜ ਕੇ ਵੀਣਾ ਨੂੰ ਭੇਂਟ ਕਰਦਾ ਤੇ ਵੀਣਾ ਬੜੇ ਸੁਆਦ ਨਾਲ ਉਨ੍ਹਾਂ ਨੂੰ ਖਾ ਰਹੀ ਸੀ। ਪੀਂਘ ਦੇ ਹੁਲਾਰੇ ਖ਼ਤਮ ਹੋ ਗਏ ਤੇ ਹੁਣ ਵੀਣਾ ਇੱਕ ਫੁੱਲਵਾੜੀ ਵਿੱਚ ਬੈਠੀ ਸੀ। ਉਸਦਾ ਉਹ ਸਾਥੀ ਫੁੱਲ ਤੋੜ ਕੇ ਉਸਦੀ ਗੁੱਤ ਵਿੱਚ ਅੜੰਗ ਰਿਹਾ ਸੀ। ਸਾਹਮਣੇ ਜ਼ਰਾ ਦੁਰੇਡੇ ਕਰਕੇ ਉਸ ਅੰਬ ਦੇ ਤਣੇ ਪਿੱਛੇ ਉਸਦੀ ਸਹੇਲੀ ਚੰਨੋ ਲੁਕੀ ਹੋਈ ਸੀ, ਜਿਹੜੀ ਕਿਸੇ ਵੇਲੇ ਸਿਰ ਕੱਢ ਕੇ ਉਸ ਵੱਲ ਭੇਤ ਭਰੀ ਨਜ਼ਰ ਨਾਲ ਤੱਕਦੀ ਹੋਈ ਮੁਸਕਰਾਉਂਦੀ ਤੇ ਫਿਰ ਦਰਖ਼ਤ ਪਿੱਛੇ ਲੁਕ ਜਾਂਦੀ। ਵੀਣਾ ਨੂੰ ਉਸਦੀ ਇਸ ਦਖ਼ਲ-ਅੰਦਾਜ਼ੀ ਵਿੱਚੋਂ ਸੁਆਦ ਵੀ ਆ ਰਿਹਾ ਸੀ ਤੇ ਗੁੱਸਾ ਵੀ। ਵੀਣਾ ਦਾ ਸਾਥੀ ਉਸ ਦੇ ਨਾਲ ਬੈਠਾ ਸੀ ਤੇ ਉਸਦੇ ਘੁੰਡ ਨੂੰ ਸਰਕਾ ਕੇ ਉਸਦੀਆਂ ਅੱਖਾਂ ਵਿੱਚ ਅੱਖਾਂ ਗੱਡੀ ਕਹਿ ਰਿਹਾ ਸੀ ਕਿ ਇਹ ਚੰਦਰਮਾ ਹਮੇਸ਼ਾ ਬੱਦਲਾਂ ਹੇਠ ਲੁਕਿਆ ਰਹੇਗਾ। ਤੇ ਇਸ ਦੇ ਉੱਤਰ ਵਿੱਚ ਵੀਣਾ ਸ਼ਰਮਾ ਕੇ ਕਹਿੰਦੀ, "ਛੱਡੋ ਬੇਜੀ, ਮੈਨੂੰ ਉਡੀਕ ਰਹੇ ਹੋਣਗੇ। ਮੇਰੇ ਪਿੱਛੇ ਬੇਜੀ ਨੇ ਰੋਟੀ ਵੀ ਨਹੀਂ ਖਾਧੀ ਹੋਣੀ, ਨਾਲੇ ਮੈਨੂੰ ਵੀ ਭੁੱਖ ਲੱਗੀ ਹੋਈ ਹੈ। ਮੈਂ ਤੁਹਾਨੂੰ ਜਾਣ ਨਹੀਂ ਦਿਆਂ, ਜਦ ਤੱਕ ਇਸ ਘੁੰਡ ਨੂੰ ਨਹੀਂ ਚੁੱਕੋਗੇ।" ਕਹਿੰਦਿਆਂ-ਕਹਿੰਦਿਆਂ ਉਸਨੇ ਵੀਣਾ ਦਾ ਹੱਥ ਫੜ ਲਿਆ। ਇਸ ਨੂੰ ਛੁਡਾਉਣ ਲਈ ਵੀਣਾ ਖੋਹਾ-ਖਿੰਚੀ ਕਰਨ ਲੱਗੀ। ਇਸ ਹੱਥੋਂ ਪਾਈ ਵਿੱਚ ਵੀਣਾ ਦੀ ਜਾਗ ਖੁੱਲ੍ਹ ਗਈ। ਹੁਣੇ-ਹੁਣੇ ਉਹ ਜੋ ਕੁਝ ਵੇਖ ਰਹੀ ਸੀ, ਉਸ ਵਿੱਚੋਂ ਕੁਝ ਵੀ ਬਾਕੀ ਨਹੀਂ ਸੀ, ਸਿਰਫ਼ ਇੰਨਾ ਕਿ ਉਸਦਾ ਹੱਥ ਕਿਸੇ ਦੇ ਹੱਥ ਵਿੱਚ ਸੀ। ਉਸਨੇ ਹੋਰ ਚੰਗੀ ਤਰ੍ਹਾਂ ਅੱਖਾਂ ਉਘੇੜ ਕੇ ਪਾਸ ਬੈਠੇ ਵੱਲ ਤੱਕਿਆ ਤੇ ਪਛਾਣਿਆ ਤੇ ਪਛਾਣ ਕੇ ਉਸਦੇ ਮੂੰਹੋਂ ਨਿਕਲਿਆ, "ਭਰਾ ਜੀ, ਤੁਸੀਂ ਸੀ?" ਇਸ ਛੋਟੇ ਜਿਹੇ ਵਾਕ ਨੇ ਜਿਵੇਂ ਕਿਦਾਰ ਦੇ ਮੱਘ ਰਹੇ ਸਰੀਰ ਉੱਤੇ ਠੰਡੇ ਪਾਣੀ ਦਾ ਛਿੱਟਾ ਮਾਰ ਦਿੱਤਾ, ਜਿਵੇਂ ਉਸਨੂੰ ਕਿਸੇ ਗੂੜ੍ਹੀ ਨੀਂਦ ਤੋਂ ਜਗਾ ਦਿੱਤਾ। ਉਸਨੇ ਆਪਣੇ ਆਪ ਨੂੰ ਤੇ ਆਪਣੀ ਕਰਤੂਤਾਂ ਨੂੰ ਅਨੁਭਵ ਕੀਤਾ। ਵੀਣਾ ਅੱਖਾਂ ਪਾੜ-ਪਾੜ ਕੇ ਅਜੇ ਤੱਕ ਉਸ ਵੱਲ ਤੱਕ ਰਹੀ ਸੀ। ਉਹ ਝਟਪਟ ਮੰਜੇ ਤੋਂ ਉੱਠ ਖੜੋਤਾ ਤੇ ਉਸਨੇ ਚਾਹਿਆ ਕਿ ਇੱਕੋ ਛੁੱਟ ਵੱਟ ਕੇ ਦੌੜ ਜਾਵੇ, ਪਰ ਵੀਣਾ ਕੀ ਖਿਆਲ ਕਰੇਗੀ, ਇਹ ਸੋਚ ਕੇ ਉਹ ਰੁਕਿਆ ਰਿਹਾ। ਵੀਣਾ ਵੀ ਉੱਠ ਬੈਠੀ ਤੇ ਉਸਦਾ ਹੱਥ ਫੜ ਕੇ ਹਿਲਾਂਦੀ ਹੋਈ ਪੁੱਛਣ ਲੱਗੀ, "ਕੀ ਗੱਲ ਹੈ ਭਰਾ ਜੀ, ਤੁਹਾਡੀ ਤਬੀਅਤ ਠੀਕ ਹੈ? ਤੁਸੀਂ ਇਸ ਤਰ੍ਹਾਂ ਕਿਉਂ ਹੁੰਦੇ ਜਾਂਦੇ ਹੋ? ਸਿਰ ਨੂੰ ਚੱਕਰ ਆ ਰਹੇ ਨੇ?" ਕਿਦਾਰ ਨੇ ਮੱਥੇ ਨੂੰ ਦੋਵਾਂ ਹੱਥਾਂ ਵਿੱਚ ਘੁੱਟਦਿਆਂ ਘਬਰਾਈ ਆਵਾਜ਼ ਵਿੱਚ ਕਿਹਾ। ਉਸਦੀਆਂ ਅੱਖਾਂ ਝੁਕੀਆਂ ਹੋਈਆਂ ਸਨ। "ਚੱਕਰ ਆ ਰਹੇ ਨੇ?" ਵੀਣਾ ਡਰ ਕੇ ਬੋਲੀ। "ਤਾਂ ਚਲੋ ਤੁਹਾਨੂੰ ਹੇਠਾਂ ਲੈ ਚੱਲਾਂ।" ਤੇ ਉਸਨੇ ਨੱਕ ਵਿੱਚ ਬਾਂਹ ਪਾ ਕੇ ਉਸਨੂੰ ਚੰਗੀ ਤਰ੍ਹਾਂ ਥੰਮ ਕੇ ਉਹ ਪੌੜੀਆਂ ਉਤਰਨ ਲੱਗੀ। "ਲੇਟ ਜਾਓ ਜ਼ਰਾ।" ਕਮਰੇ ਵਿੱਚ ਦਾਖ਼ਲ ਹੋ ਕੇ ਉਹ ਮੰਜੇ ਤੇ ਬਿਠਾਂਦੀ ਹੋਈ ਵੀਣਾ ਬੋਲੀ। "ਕੁਝ ਅਰਾਸਤੀ ਤੇ ਤਬੀਅਤ?" ਵੀਣਾ ਨੇ ਬੱਤੀ ਜਗਾ ਕੇ ਚਾਨਣ ਕੀਤਾ। "ਨਹੀਂ।" ਕਿਦਾਰ ਨੇ ਉਸੇ ਤਰ੍ਹਾਂ ਹੱਥ ਵਿੱਚ ਸਿਰ ਘੁੱਟੀ ਕਿਹਾ। ਵੀਣਾ ਨੇ ਉਸਦੇ ਮੋਢਿਆਂ ਤੋਂ ਫੜ ਕੇ ਤੇ ਮੰਜੇ ਤੇ
ਲੇਟਾ ਲੇਟਾ ਤੇ ਆਪ ਕੋਲ ਬੈਠ ਗਈ। ਉਸ ਦਾ ਮੱਥਾ ਘੁੱਟਣ ਲੱਗੀ। ਕਿਤਾਰ ਨੂੰ ਤਰੇਲੀਆਂ ਆ ਰਹੀਆਂ ਵੇਖ ਕੇ ਉਹ ਘਬਰਾ ਗਈ। ਉਹ ਝਟਪਟ ਮੰਜੇ ਤੋਂ ਉੱਠੀ ਤੇ ਬੌਂਦਲਿਆਂ ਵਾਂਗ ਕਮਰੇ ਵਿੱਚ ਇੱਧਰ ਉੱਧਰ ਫਿਰਨ ਲੱਗੀ। ਉਸ ਨੂੰ ਆਪਣੇ ਆਪ ਨੂੰ ਵੀ ਪਤਾ ਨਹੀਂ ਸੀ ਲੱਗਾ ਕਿ ਉਹ ਕੀ ਢੂੰਡ ਰਹੀ ਹੈ। ਝਟ ਕੁ ਫਿਰ ਫਿਰਾ ਕੇ ਉਹ ਫੇਰ ਕਿਦਾਰ ਦੀ ਸਰਾਂਦੀ ਆ ਬੈਠੀ। ਸਖ਼ਤ ਘਬਰਾਈ ਹਾਲਤ ਵਿੱਚ ਉਸਨੇ ਇੱਕ ਵਾਰੀ ਗਹੁ ਨਾਲ ਕਿਦਾਰ ਵੱਲ ਤੱਕਿਆ। ਕਿਦਾਰ ਦਾ ਸਾਹ ਤੇਜ਼ ਚੱਲ ਰਿਹਾ ਸੀ ਤੇ ਇਸ ਤੋਂ ਵੀ ਤੇਜ਼ੀ ਨਾਲ ਉਸਦਾ ਦਿਲ ਧੜਕ ਰਿਹਾ ਸੀ। ਉਸ ਦੀਆਂ ਅੱਖਾਂ ਬੰਦ ਸਨ ਤੇ ਹੋਠ ਕੁਛ-ਕੁਛ ਖੁੱਲ੍ਹੇ। ਮੁੜ੍ਹਕਾ ਬਰਾਬਰ ਉਸਦੇ ਸਰੀਰ ਵਿੱਚੋਂ ਰਿਹਾ ਸੀ, ਜਿਸ ਨੂੰ ਵੀਣਾ ਦੇ ਹੱਥ ਵਿੱਚ ਫੜੀ ਹੋਈ ਪੱਖੀ ਸਾਰੇ ਜ਼ੋਰ ਨਾਲ ਸੁਕਾਉਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਉਸਦਾ ਦੂਜਾ ਹੱਥ ਬਰਾਬਰ ਕਿਦਾਰ ਦੇ ਮੱਥੇ ਤੇ ਫਿਰ ਰਿਹਾ ਸੀ। "ਕਿਉਂ ਭਰਾ ਜੀ?" ਵੀਣਾ ਨੇ ਉਸਨੂੰ ਫੇਰ ਪੁੱਛਿਆ ਤੇ ਉਹ ਹੈਰਾਨੀ ਨਾਲ ਕਿਦਾਰ ਦੇ ਮੂੰਹ ਵੱਲ ਤੱਕਣ ਲੱਗੀ। ਪਰ ਕਿਦਾਰ ਦੀ ਜ਼ੁਬਾਨ ਬੇਸਬਦ ਸੀ ਕਿ ਉਸਦੇ ਗਲੇ ਵਿੱਚੋਂ ਹੂੰ ਜਾਂ ਉਹ ਹੂੰ ਦੀ ਆਵਾਜ਼ ਨਿਕਲਦੀ ਸੀ। ਵੀਣਾ ਦੀ ਘਬਰਾਹਟ ਹੋਰ ਵੱਧ ਗਈ। ਉਹ ਉਸਦੇ ਮੱਥੇ ਤੇ ਮੂੰਹ ਤੇ ਬਾਹਾਂ ਤੇ ਹੱਥ ਫੇਰਦੀ ਹੋਈ ਬਰਾਬਰ ਪੁਕਾਰ ਰਹੀ ਸੀ, ਭਰਾ ਜੀ ਬੋਲੋ, ਤਬੀਅਤ ਕੁਛ ਠੀਕ ਹੋਈ ਜੇ? ਮੈਨੂੰ ਅੱਗੇ ਈ ਖ਼ਿਆਲ ਸੀ ਅੱਜ ਤੁਹਾਡੀ ਤਬੀਅਤ ਠੀਕ ਨਹੀਂ। ਹਾਏ ਕਿੱਡੀ ਭੁੱਲ ਹੋ ਗਈ, ਮੈਂ ਮੁੜ ਕੇ ਤੁਹਾਡੀ ਖ਼ਬਰ ਨਾ ਲਈ। ਚੋਖੇ ਚਿਰ ਮਗਰੋਂ ਕਿਦਾਰ ਨੇ ਅੱਖਾਂ ਖੋਲ੍ਹੀਆਂ। ਵੀਣਾ ਉਸਦੀਆਂ ਲੱਤਾਂ ਨੂੰ, ਬਾਹਾਂ ਤੇ ਮੋਢਿਆਂ ਤੇ ਲੱਕ ਨੂੰ ਦਬ ਘੁੱਟ ਰਹੀ ਸੀ। ਮੈਨੂੰ ਫਿੱਟ ਆ ਗਿਆ ਸੀ ਵੀਣੇ, ਕਿਦਾਰ ਨੇ ਉਸ ਵੱਲ ਤੱਕ ਕੇ ਕਿਹਾ। ਫਿੱਟ ਆ ਗਿਆ ਸੀ? ਸਹਿਮੀ ਹੋਈ ਨਜ਼ਰ ਨਾਲ ਉਸ ਵੱਲ ਤੱਕਦੀ ਹੋਈ ਵੀਣਾ ਇੱਕਦਮ ਕਿਦਾਰ ਦੇ ਉੱਤੇ ਜਿਵੇਂ ਵਿਛ ਗਈ। ਹਾਏ ਮੈਂ ਮਰ ਗਈ, ਤਾਂਹੀਓਂ ਤੁਸਾਂ ਬੂਹਾ ਨਹੀਂ ਸੀ ਖੋਲ੍ਹਿਆ। ਕਿਦਾਰ ਨਿਰਉੱਤਰ ਸੀ। ਉਸਦੀ ਜ਼ੁਬਾਨ ਉੱਤੇ ਸ਼ਬਦ ਆ ਕੇ ਮੁੜੀ ਜਾਂਦੇ ਸਨ। ਉਹ ਬਿੱਤਰ ਵੀਣਾ ਦੀਆਂ ਅੱਖਾਂ ਵਿੱਚ ਤੱਕ ਰਿਹਾ ਸੀ। ਵੀਣਾ ਕਹਿੰਦੀ ਗਈ, ਤੁਸੀਂ ਕਿੱਡੇ ਬੇਪਰਵਾਹ ਹੋ ਆਪਣੀ ਸਿਹਤ ਵੱਲੋਂ। ਵੇਖੋ ਖਾ ਕੋਈ ਹਾਲ ਰਹਿ ਗਿਆ ਏ ਤੁਹਾਡਾ। ਤੇ ਉਹ ਕਿਦਾਰ ਦੇ ਸੁੱਕੇ ਮੁਰਝਾਏ ਸਰੀਰ ਉੱਤੇ ਹੱਥ ਫੇਰਨ ਲੱਗੀ। ਕਿਦਾਰ ਅਜੇ ਵੀ ਚੁੱਪ ਸੀ। ਵੀਣਾ ਕਹਿੰਦੀ ਗਈ, ਤਾਂਹੀਏਂ ਮੈਂ ਆਖਾਂ ਭਰਾ ਹੋਰਾਂ ਦੇ ਮੂੰਹ ਤੇ ਕਦੀ ਕੋੜੀ ਕਸੈਲੀ ਗੱਲ ਨਿਕਲੀ ਹੀ ਨਹੀਂ ਸੀ। ਅੱਜ ਕਿਉਂ ਇਸ ਤਰ੍ਹਾਂ ਬੋਲ ਰਹੇ ਨੇ? ਉੱਤੋਂ ਆਖਰਾਂ ਦੀ ਗਰਮੀ। ਚੰਗੇ ਭਲੇ ਆਦਮੀ ਦਾ ਦਿਲ ਪਿਆ ਘਬਰਦਾ ਵੇ ਤੇ ਤੁਸੀਂ ਅੰਦਰ ਬੂਹਾ ਮਾਰ ਕੇ ਕਹਿੰਦਿਆਂ ਵੀਣਾ ਦਾ ਦਿਲ ਗਲਾ ਭਰ ਆਇਆ। ਕਿਦਾਰ ਅਜੇ ਵੀ ਚੁੱਪ ਸੀ। ਉਸਦੀਆਂ ਅੱਖਾਂ ਤਾੜੇ ਲੱਗੀਆਂ ਹੋਈਆਂ ਸਨ। ਭਰਾ ਜੀ, ਵੀਣਾ ਨੇ ਉਸਦੇ ਦੋਵੇਂ ਮੋਢੇ ਫੜ ਕੇ ਲਾਇਆ ਪੁੱਛਿਆ, ਤੁਸੀਂ ਇਸ ਤਰ੍ਹਾਂ ਕਿਉਂ ਤੱਕੀ ਜਾਂਦੇ ਹੋ? ਬੋਲਦੇ ਕਿਉਂ ਨਹੀਂ? ਕੀ ਬੋਲਾਂ ਵੀਣਾ? ਉਸਦੇ ਹੋਠਾਂ ਵਿੱਚੋਂ ਇਵੇਂ ਫਰਕਵੀਂ ਜੀ ਮਸੀਂ ਇੰਨਾ ਹੀ ਗੱਲ ਨਿਕਲੀ ਤੇ ਉਸਦੇ ਹੱਥ ਨੂੰ ਫੜ ਕੇ ਮੱਥੇ ਤੇ ਰੱਖ ਲਿਆ। ਕਿਉਂ? ਵੀਣਾ ਨੇ ਕੁਛ ਤ੍ਰਬਕ ਕੇ ਪੁੱਛਿਆ। ਕੀ ਬੋਲਣ ਦਾ ਮਤਲਬ? ਕਿਦਾਰ ਦੇ ਚੁੱਪ ਰਹਿਣ ਤੇ ਵੀਣਾ ਨੇ ਜਦ ਉਸਨੂੰ ਬੁਲਾਉਣ ਲਈ ਤਰਲੇ ਭਰੇ ਵਾਸਤੇ ਪਾਣੇ ਸ਼ੁਰੂ ਕੀਤੇ ਤਾਂ ਕਿਦਾਰ ਇੰਨਾ ਕੁ ਬੋਲਿਆ, ਵੀਣੇ ਰੱਬ ਦੇ ਵਾਸਤੇ ਮੈਥੋਂ ਕੁਛ ਨਾ ਪੁੱਛ। ਵੀਣਾ ਉਸਦੇ ਸਰੀਰ ਨੂੰ ਆਪਣੇ ਗੋਡੇ ਉੱਤੇ ਰੱਖ ਕੇ ਉਸਨੂੰ ਘੁੱਟਦੀ ਹੋਈ ਬੋਲੀ, ਤੁਸੀਂ ਕਿਹੋ ਜਿਹੀਆਂ ਗੱਲਾਂ ਕਰਦੇ ਜੇ ਭਰਾ ਜੀ? ਮੇਰਾ ਤੁਹਾਡੇ ਉੱਤੇ ਕੋਈ ਦਾਇਆ ਨਹੀਂ? ਨਹੀਂ। ਕਿਉਂ? ਇਸ ਲਈ ਕਿ ਮੈਂ ਪਾਪੀ ਹਾਂ। ਪਾਪੀ ਹੋਣ ਤੁਹਾਡੇ ਦੁਸ਼ਮਣ ਮੇਰੇ ਵੀਰ ਵਰਗਾ ਕੋਈ ਹੋ ਕੇ ਦੱਸੇ। ਤੇ ਉਸਨੇ ਕਿਦਾਰ ਦੇ ਸਿਰ ਨੂੰ ਸਰਕਾਂਦਿਆਂ ਬਿਲਕੁਲ ਆਪਣੀ ਗੋਦ ਵਿੱਚ ਰੱਖ ਲਿਆ। ਵੀਣੀ, ਮੈਂ ਸੱਚਮੁੱਚ ਪਾਪੀ ਹਾਂ। ਜਾਓ, ਮੈਂ ਨਹੀਂ ਬੋਲਣਾ ਤੁਹਾਡੇ ਨਾਲ। ਪਾਪੀ ਤੋਂ ਛੁੱਟ ਵਿਸ਼ਵਾਸਘਾਤੀ ਵੀ ਵੀਣੀ, ਤੁਸੀਂ ਚੁੱਪ ਨਹੀਂ ਕਰੋਗੇ? ਚੁੱਪ ਵੀ ਤੇ ਤੂੰ ਨਹੀਂ ਰਹਿਣ ਦਿੰਦੀ। ਇਹੋ ਜਿਹੀਆਂ ਗੱਲਾਂ ਕਰਨੀਆਂ ਜੇ ਤਾਂ ਬੇਸ਼ੱਕ ਨਾ ਬੋਲੋ। ਮੈਨੂੰ ਫਿੱਟ ਕੋਈ ਨਹੀਂ ਸੀ ਆਇਆ ਵੀਣੀ। ਫਿੱਟ ਨਹੀਂ ਆਇਆ ਸੀ? ਨਹੀਂ ਤੇ ਤੁਸਾਂ? ਮੈਂ ਬਹਾਨਾ ਕੀਤਾ ਸੀ, ਬਿਲਕੁਲ ਝੂਠਾ ਬਹਾਨਾ। ਕਿਉਂ? ਇਸ ਲਈ ਕਿ ਦੱਸੋ। ਦੱਸਦੀ ਕਿਉਂ ਨਹੀਂ? ਵੀਣਾ ਗੱਲ ਦੱਸਣ ਵਾਲੀ ਨਹੀਂ ਹੈ ਤਾਂ ਮੈਂ ਜ਼ਰੂਰ ਪੁੱਛ ਕੇ ਛੱਡਾਂਗੀ। ਕਿਦਾਰ ਉੱਤੇ ਖਾਮੋਸ਼ੀ ਛਾ ਗਈ। ਉਸਦੇ ਹੱਥ ਪੈਰ ਇੱਕਦਮ ਠੰਡੇ ਹੁੰਦੇ ਜਾ ਰਹੇ ਸਨ, ਜਿਨ੍ਹਾਂ ਨੂੰ ਵੀਣਾ ਨੇ ਹੋਰ ਜ਼ੋਰ ਦੀ ਘੁੱਟਣਾ ਸ਼ੁਰੂ ਕਰ ਦਿੱਤਾ ਤੇ ਨਾਲੋਂ ਨਾਲ ਉਸਦੇ ਦਿਲ ਦਾ ਭੇਦ ਪੁੱਛਣ ਲਈ ਵਾਸਤੇ ਪਾਂਦੀ ਹੋਈ ਆਖੇ ਬੋਲੀ, ਮੇਰੀ ਮੋਈ ਦਾ ਮੂੰਹ ਵੇਖੋ ਜੇ ਨਾ ਦੱਸੋ।
ਵੀਣੇ ਨਾ ਪੁੱਛ, ਤੇਰੀ ਮਿੰਨਤ ਕਰਦਾ ਹਾਂ। ਤੁਸੀਂ ਜਿਉਂ-ਜਿਉਂ ਗੱਲਾਂ ਕਰਦੇ ਹੋ ਮੈਨੂੰ ਪੰਜਤਰੀ ਲੱਗੀ ਜਾਂਦੀ ਹੈ। ਛੇਤੀ ਦੱਸੋ, ਤਾਂ ਤੂੰ ਜ਼ਰੂਰ ਪੁੱਛ ਕੇ ਛੱਡੇਗੀ। ਹਾਂ ਜ਼ਰੂਰ, ਪਰ ਮੇਰਾ ਖਿਆਲ ਹੈ ਤੂੰ ਮੈਨੂੰ ਨਫ਼ਰਤ ਕਰਨ ਲੱਗ ਪਵੇਗੀ। ਵੀਣਾ ਸੋਚਣ ਲੱਗੀ, ਆਖਰ ਇਹੋ ਜਿਹੀ ਕੀ ਗੱਲ ਹੋ ਸਕਦੀ ਹੈ ਜਿਸ ਦੇ ਪ੍ਰਗਟ ਹੁੰਦਿਆਂ ਹੀ ਮੈਂ ਉਸ ਨੂੰ ਨਫ਼ਰਤ ਕਰਨ ਪਵਾਂਗੀ। ਸ਼ਾਇਦ ਇਸ ਪਾਸੋਂ ਕੋਈ ਬੜੀ ਭਾਰੀ ਭੁੱਲ ਹੋ ਗਈ ਹੋਵੇ, ਭਾਵੇਂ ਕਿਰਦਾਰ ਪਾਸੋਂ ਕਿਸੇ ਦਾ ਖੂਨ ਹੀ ਕਿਉਂ ਨਾ ਹੋ ਗਿਆ ਹੋਵੇ। ਕੀ ਮੈਂ ਇਸ ਨੂੰ ਨਫ਼ਰਤ ਕਰ ਸਕਦੀ ਹਾਂ? ਤੇ ਉਹ ਪੂਰੀ ਦ੍ਰਿੜ੍ਹਤਾ ਵਿੱਚ ਬੋਲੀ, ਇਸ ਗੱਲ ਦਾ ਖਿਆਲ ਤੁਸੀਂ ਉੱਕਾ ਵੀ ਦਿਲੋਂ ਕੱਢ ਛੱਡੋ। ਵੀਣਾ ਕਿਰਦਾਰ ਨੇ ਆਪਣੇ ਆਪ ਨੂੰ ਦਰੁਸਤ ਕਰਦਿਆਂ ਕਿਹਾ, ਇਸ ਰਾਜ਼ ਦਾ ਤਲਕ ਜੇ ਸਿਰਫ ਮੇਰੇ ਨਾਲ ਹੀ ਹੁੰਦਾ ਤੇ ਮੈਂ ਨਿਰਸੰਕੋਚ ਦੱਸ ਦਿੰਦਾ, ਤਾਂ ਹੋਰ ਕਿਸ ਦੇ ਨਾਲ ਹੈ ਇਸਦਾ ਤਲਕ? ਹਾਂ, ਕਿਸ ਨਾਲ? ਤੇਰੇ ਨਾਲ। ਤੇਰੇ ਨਾਲ? ਕਹਿੰਦਿਆਂ ਕਿਰਦਾਰ ਦੀਆਂ ਅੱਖਾਂ ਝੁਕ ਗਈਆਂ। ਇੱਧਰ ਕਿਰਦਾਰ ਦੇ ਹੱਥ, ਜਿਹੜੇ ਕਿਰਦਾਰ ਨੇ ਠੰਡੇ ਸਰੀਰ ਨੂੰ ਨਿੱਘਾ ਕਰਨ ਲਈ ਉਹਨੂੰ ਘੁੱਟ ਰਹੇ ਸਨ, ਇੱਕ ਵਾਰਗੇ ਰੁਕ ਪਏ। ਪਰ ਝੱਟ ਹੀ ਉਸਨੇ ਫੇਰ ਆਪਣਾ ਕੰਮ ਜਾਰੀ ਕਰਦਿਆਂ ਕਿਹਾ, ਕੋਈ ਨਹੀਂ, ਦੱਸੋ ਤੁਸੀਂ। ਐਤਕੀਂ ਵੀਣਾ ਦੀ ਜ਼ਬਾਨ ਕੁਛ ਥਿਤਕਿਆ ਗਈ। ਵੀਣਾ ਆਪਣੀ ਛਾਤੀ ਵਿੱਚੋਂ ਉੱਚੀ-ਉੱਚੀ ਧੜਕਣ ਨੂੰ ਮਹਿਸੂਸ ਕਰਦੀ। ਕਿਰਦਾਰ ਨੇ ਕਿਹਾ, ਮੈਨੂੰ ਨਹੀਂ ਸੀ ਪਤਾ ਕਿ ਤੂੰ ਮੇਰੀ ਜ਼ਿੰਦਗੀ ਵਿੱਚ ਇੰਨੀ ਛੇਤੀ ਦਖ਼ਲ ਹੋ ਕੇ ਮੇਰੇ ਦਿਲ ਦਾ ਮਨ ਲੁੱਟ ਲਏਂਗੀ। ਮੈਂ ਇਸ ਵੇਲੇ ਜੋ ਕੁਝ ਕਿਰਦਾਰ ਦੀ ਜ਼ੁਬਾਨੋਂ ਨਿਕਲਿਆ, ਉਸ ਨੂੰ ਉਸਦਾ ਅੰਗ-ਅੰਗ ਪ੍ਰਗਟ ਕਰ ਰਿਹਾ ਸੀ। ਉਸਦਾ ਸਰੀਰ, ਜਿਸ ਨੂੰ ਵੀਣਾ ਦੀ ਮਿਹਨਤ ਨੇ ਕੁਛ ਗਰਮਾਇਆ ਸੀ, ਇੱਕਦਮ ਗੜੇ ਵਰਗਾ ਹੋ ਗਿਆ। ਗੱਲ ਸੁਣਦਿਆਂ ਹੀ ਇੱਕ ਵਾਰੀ ਵੀਣਾ ਦੀਆਂ ਅੱਖਾਂ ਦੀ ਹਰਕਤ ਰੁਕ ਗਈ। ਉਸਦੀ ਨਜ਼ਰ ਬਰਾਬਰ ਕਿਰਦਾਰ ਦੇ ਚਿਹਰੇ ਉੱਤੇ ਗੱਡੀ ਹੋਈ ਸੀ। ਉਸਦੀ ਗੱਲ ਦਾ ਮਤਲਬ ਸਮਝ ਜਾਣ ਤੇ ਵੀ ਉਸਦੇ ਅੰਦਰ ਇਸ ਤਰ੍ਹਾਂ ਦੀ ਸ਼ੰਕਾ ਉੱਠੀ, ਸ਼ਾਇਦ ਇਸਦਾ ਅਰਥ ਕੁਛ ਹੋਰ ਹੋਵੇ। ਉਸਦੇ ਹੱਥ, ਜਿਹੜੇ ਕਿਰਦਾਰ ਦੀਆਂ ਲੱਤਾਂ ਨੂੰ ਘੁੱਟ ਰਹੇ ਸਨ, ਆਪਣੇ ਆਪ ਉਸਦੇ ਸਰੀਰ ਨਾਲੋਂ ਵੱਖ ਹੋ ਗਏ। ਕਿਹਾ ਜੇ ਵੀਣਾ ਦੇ ਮੂੰਹੋਂ ਇਸ ਛੋਟੇ ਜਿਹੇ ਵਾਕ ਨੂੰ ਸੁਣ ਕੇ ਕਿਰਦਾਰ ਡਰ ਨਾਲ ਕੰਬ ਉੱਠਿਆ। ਪਰ ਗੱਲ ਕਰਨ ਦਾ ਸਿਲਸਿਲਾ ਹੁਣ ਆਪਣੇ ਆਪ ਹੀ ਐਸੀ ਥਾਂ ਤੇ ਜਾ ਪੁੱਜਾ ਸੀ ਕਿ ਜਿਸਦੀ ਸ਼ੇਖੜਲੀ ਹੱਦ ਨੂੰ ਛੋਹੇ ਬਿਨਾਂ ਪਿੱਛੇ ਮੁੜਨਾ ਕਿਰਦਾਰ ਲਈ ਮੁਸ਼ਕਲ ਸੀ। ਉਸਨੇ ਆਪਣੀ ਖਿੱਚਦੀ ਜਾਂਦੀ ਜ਼ਬਾਨ ਨੂੰ ਹਿਲਾ ਕੇ ਇੰਨਾ ਹੋਰ ਮੂੰਹ ਕੱਢਿਆ, ਵੀਣੇ, ਇਸ ਕਰਕੇ ਮੈਂ ਤੈਨੂੰ ਕਹਿੰਦਾ ਸੀ ਕਿ ਇਹ ਗੱਲ ਨਾ ਪੁੱਛ, ਪਰ ਜਦ ਹੁਣ ਤੂੰ ਮਜਬੂਰ ਕੀਤਾ ਹੈ ਤੇ ਮੈਂ ਦੱਸਣ ਲਈ ਤਿਆਰ ਹੋ ਗਿਆ ਹਾਂ, ਤਾਂ ਤੂੰ ਗੱਲ ਨੂੰ ਅਧੂਰੀ ਨਹੀਂ ਛੱਡਾਂਗਾ। ਵੀਣੇ, ਇਸ ਗੱਲ ਨੂੰ ਸੁਣ, ਭਾਵੇਂ ਉਸ ਗੱਲ ਨੂੰ। ਤੇਰੇ ਪਿਆਰ ਨੇ ਮੈਨੂੰ ਜਿੱਥੇ ਲਿਆ ਸੁੱਟਿਆ, ਉੱਥੇ ਦੋ ਹੀ ਚੀਜ਼ਾਂ ਮੈਨੂੰ ਬਚਾ ਸਕਦੀਆਂ। ਕੀ? ਵੀਣਾ ਦੇ ਮੂੰਹੋਂ ਜਿਵੇਂ ਉਸਦੀ ਜ਼ੁਬਾਨ ਨੂੰ ਛੇਕ ਕਰਕੇ ਦੋ ਕੱਕੇ ਨਿਕਲ ਗਏ ਨੇ। ਉਸਨੇ ਕਿਰਦਾਰ ਦੇ ਨਾਲ ਜੁੜੇ ਹੋਏ ਆਪਣੇ ਸਰੀਰ ਨੂੰ ਕੁਛ ਉਰੇ ਕਰ ਲਿਆ। ਜਾਂ ਮੌਤ ਤੇ ਜਾਂ ਵੀਣਾ ਘਬਰਾ ਉੱਠੀ। ਜਾਂ ਵੀਣਾ ਤੂੰ ਹੈਂ? ਇਹ ਕਹਿੰਦੀ ਹੋਈ ਵੀਣਾ ਉਸਦੇ ਮੰਜੇ ਤੋਂ ਉੱਠ ਖਲੋਤੀ। ਕਿਰਦਾਰ ਵੀ ਉੱਠ ਕੇ ਬੈਠ ਗਿਆ। ਵੀਣੇ, ਕਿਰਦਾਰ ਨੇ ਉੱਠ ਕੇ ਖਲੋਤੀ ਹੋਈ ਵੀਣਾ ਦਾ ਹੱਥ ਫੜ ਕੇ ਕਿਹਾ, ਜੇ ਤੂੰ ਚਾਹੇ ਤਾਂ ਮੈਨੂੰ ਅਜੇ ਵੀ ਬਚਾ ਸਕਦੀ ਹੈ। ਵੀਣਾ ਦਾ ਦਿਲ ਧੜਕ ਰਿਹਾ ਸੀ, ਮਾਨੋ ਉਹ ਉੱਥੋਂ ਉੱਠ ਜਾਣਾ ਚਾਹੁੰਦੀ ਹੋਵੇ। ਕਿਰਦਾਰ ਨੇ ਉਸਦੀ ਬਾਂਹ ਖਿੱਚ ਕੇ ਫੇਰ ਬਿਠਾ ਲਿਆ। ਵੀਣੀ ਬੈਠ ਗਈ, ਪਰ ਅੱਗੇ ਵਾਂਗ ਨਿਝੱਕ ਹੋ ਕੇ ਨਹੀਂ। ਮੰਜੇ ਦੀ ਬਾਈਂ ਉੱਤੇ ਉਸਨੂੰ ਜਾਪਦਾ ਸੀ ਜਿਵੇਂ ਕਿਰਦਾਰ ਉਸ ਲਈ ਪਲ-ਪਲ ਬਦਲਦਾ ਜਾ ਰਿਹਾ ਹੈ। ਇੱਕ ਬਿਲਕੁਲ ਓਪਰੇ ਆਦਮੀ ਦੇ ਰੂਪ ਵਿੱਚ ਆਪਣੇ ਘਰ ਵਿੱਚ ਇੱਕ ਓਪਰੇ ਆਦਮੀ ਨੂੰ ਬੈਠਾ ਮਹਿਸੂਸ ਕਰਕੇ ਵੀਣਾ ਦੇ ਅੰਦਰ ਕਈ ਤਰ੍ਹਾਂ ਦੇ ਤੌਖਲੇ ਸਿਰ ਉਠਾ ਰਹੇ ਸਨ। ਬੋਲ ਵੀਣੇ, ਕਿਰਦਾਰ ਨੇ ਇੱਕ ਵਾਰੀ, ਦੋ ਵਾਰੀ, ਚਾਰ ਵਾਰੀ ਇਸ ਵਾਕ ਨੂੰ ਦੁਹਰਾਇਆ, ਪਰ ਵੀਣੀ ਨਹੀਂ ਬੋਲੀ। ਬੋਲਣਾ ਚਾਹੁੰਦੀ ਹੋਈ ਵੀ ਨਹੀਂ ਬੋਲ ਸਕੀ। ਉਸਨੂੰ ਕਿਰਦਾਰ ਦੀਆਂ ਕਹੀਆਂ ਹੋਈਆਂ ਗੱਲਾਂ ਇੰਨੀਆਂ ਅਣਹੋਣੀਆਂ ਜਾਪੀਆਂ ਕਿ ਉਹਨਾਂ ਦਾ ਜਵਾਬ ਦੇਣਾ ਤਾਂ ਦੂਰ ਦੀ ਗੱਲ ਹੈ, ਇਹੋ ਜਿਹੇ ਸ਼ਬਦਾਂ ਦਾ ਕਿਸੇ ਇਨਸਾਨ ਦੇ ਮੂੰਹੋਂ ਨਿਕਲਣਾ ਹੀ ਜਿਵੇਂ ਉਸਦੇ ਭਾਣੇ ਅਸੰਭਵ ਸੀ। ਅਖੀਰ ਕਿਰਦਾਰ ਨੇ ਬਹੁਤ ਜ਼ਿੱਦ ਕਰਨ ਤੇ ਉਸਨੇ ਕਿਹਾ, ਇਹ ਤੁਸੀਂ ਕੀ ਕਹਿ ਰਹੇ ਹੋ ਭਰਾ ਜੀ, ਕਦੀ ਭੈਣ ਭਰਾ ਵੀ। ਤੇ ਉਹ ਇਸ ਤੋਂ ਅੱਗੇ ਨਾ ਬੋਲ ਸਕੀ। ਫਿਰ ਮੰਜੇ ਤੋਂ ਉੱਠ ਖਲੋਤੀ। ਵੀਣੇ, ਐਤਕੀਂ ਕਿਰਦਾਰ ਦੀ ਆਵਾਜ਼ ਵਿੱਚ ਤੇਜ਼ੀ ਸੀ, ਮੈਂ ਸਭ ਕੁਝ ਸਮਝਦਾ ਹਾਂ, ਪਰ ਤੇ ਅਗਾਂਹ ਵਧ ਕੇ ਫਿਰ ਵੀਣੇ ਦੀ ਬਾਂਹ ਫੜ ਲਈ ਤੇ ਮੁੜ ਉਸਨੂੰ ਮੰਜੇ ਤੇ ਬਿਠਾਲਦਾ ਹੋਇਆ ਬੋਲਿਆ, ਵੀਣੇ, ਕੌਣ ਕਹਿੰਦਾ ਅਸੀਂ ਭੈਣ ਭਰਾ ਹਾਂ? ਧਰਮ ਕਹਿੰਦਾ ਹੈ। ਵੀਣਾ ਦੀਆਂ ਅੱਖਾਂ ਵਿੱਚ ਕੁਛ ਤਲਖ ਜਿਹੀ ਚਮਕ ਪੈਦਾ ਹੋ ਰਹੀ ਸੀ।
ਬੇਸ਼ੱਕ ਕਿਦਾਰ ਨੇ ਜਰਾ ਹੋਰ ਦਲੇਰ ਆਵਾਜ਼ ਵਿੱਚ ਕਿਹਾ, ਬੇਸ਼ੱਕ ਧਰਮ ਇਹੋ ਕਹਿੰਦਿਆਂ ਹੈ, ਪਰ ਇਸ ਦੇ ਹੁੰਦਿਆਂ ਵੀ ਜੇ ਮੈਂ ਤੈਨੂੰ ਕਹਾਂ ਕਿ ਵੇਣੀ ਮੈਨੂੰ ਜ਼ਿੰਦਗੀ ਦਾ ਦਾਨ ਦੇ ਤਾਂ ਕੀ ਤੂੰ ਇਸ ਤੋਂ ਇਨਕਾਰ ਕਰੇਗੀ? ਧਰਮ ਇਹ ਵੀ ਤਾਂ ਨਹੀਂ ਕਹਿੰਦਾ ਕਿ ਵੇਣੀ ਕਿਸੇ ਦੇ ਖੂਨ ਵਿੱਚ ਹੱਥ ਰੰਗੋ। ਮੰਨਿਆ ਮੈਂ ਪਾਪੀ ਸਹੀ, ਦੁਰਾਚਾਰੀ ਸਹੀ, ਪਰ ਕੀ ਇਸ ਪਾਪੀ ਦੀ ਮੌਤ ਵੇਖ ਕੇ ਤੇਰੇ ਦਿਲ ਨੂੰ ਸ਼ਾਂਤੀ ਆ ਸਕੇਗੀ? ਜੇ ਇਸ ਨੂੰ ਬਰਦਾਸ਼ਤ ਕਰਨ ਲਈ ਤਿਆਰ ਹੈ ਤਾਂ ਐਵੇਂ ਸਹੀ। ਮੇਰੇ ਲਈ ਇੰਨੀ ਹੀ ਤਸੱਲੀ ਕਾਫੀ ਹੈ ਕਿ ਮੇਰੀ ਮੌਤ ਨਾਲ ਮੇਰੀ ਵੀਣਾ ਵੀ ਖੁਸ਼ ਹੋਵੇਗੀ। ਕਹਿੰਦਾ ਕਹਿੰਦਾ ਕਿਦਾਰ ਉੱਠ ਕੇ ਬਾਹਰ ਵੱਲ ਤੁਰ ਪਿਆ, ਪਰ ਉਹ ਅਜੇ ਬੂਹੇ ਤੱਕ ਹੀ ਪੁੱਜਿਆ ਸੀ ਕਿ ਮਗਰੋਂ ਵੀਣਾ ਨੇ ਉਸਨੂੰ ਫੜ ਲਿਆ ਤੇ ਕਿਦਾਰ ਨੇ ਮੁੜ ਵੇਖਿਆ ਕਿ ਵੀਣਾ ਦੀ ਅੱਖਾਂ ਨੇ ਅੱਥਰੂਆਂ ਦੀ ਝੜੀ ਲਾਈ ਹੋਈ ਸੀ। ਮੁੜ ਦੋਵੇਂ ਮੰਜੇ ਤੇ ਬੈਠ ਗਏ, ਪਰ ਦੋਹਾਂ ਵਿੱਚ ਕੋਈ ਵੀ ਨਹੀਂ ਬੋਲਿਆ। ਸ਼ਾਇਦ ਕੁਝ ਚਿਰ ਲਈ ਦੋਹਾਂ ਦੀਆਂ ਜ਼ੁਬਾਨਾਂ ਗੂੰਗੀਆਂ ਹੋ ਚੁੱਕੀਆਂ ਸਨ। ਵੀਣਾ ਦੇ ਅੰਦਰ ਹੁਣੇ ਜਿਹੜਾ ਉਪਰਾਤਮਾ ਦਾ ਭਾਵ ਪੈਦਾ ਹੋਇਆ ਸੀ, ਹਮਦਰਦੀ ਦੇ ਜਜ਼ਬੇ ਨੇ ਉਸ ਉੱਤੇ ਕਾਬੂ ਪਾ ਲਿਆ ਤੇ ਇਸ ਵੇਲੇ ਵੀਣਾ ਸਾਰੀ ਦੀ ਸਾਰੀ ਜਿਵੇਂ ਹਮਦਰਦੀ ਦੇ ਸੰਚੇ ਵਿੱਚ ਢਲ ਚੁੱਕੀ ਸੀ। ਅਖੀਰ ਉਸ ਨੇ ਬੋਲਣ ਵਿੱਚ ਪਹਿਲ ਕੀਤੀ, ਤੁਸੀਂ ਕੀ ਚਾਹੁੰਦੇ ਹੋ? ਕੀ ਤੂੰ ਅਜੇ ਤੱਕ ਨਹੀਂ ਸਮਝੀ? ਨਹੀਂ। ਸ਼ਾਇਦ ਵੀਣਾ ਨੇ ਸਭ ਕੁਝ ਸਮਝਿਆ ਹੋਇਆ ਕਿਹਾ, ਤਾਂ ਸੁਣ। ਕਿਦਾਰ ਨੇ ਆਪਣੇ ਦਿਲ ਦੀ ਗੰਢ, ਜਿਹੜੀ ਅੱਗੇ ਵੀ ਲਗਭਗ ਖੋਲ ਚੁੱਕਾ ਸੀ, ਹੋਰ ਖੋਲਣੀ ਸ਼ੁਰੂ ਕੀਤੀ। ਵੀਣੀ, ਜਰਾ ਧਿਆਨ ਨਾਲ ਸੁਣ। ਛੱਤ ਵੱਲ ਤੱਕ ਰਹੀ ਹੈ, ਮੇਰੇ ਵੱਲ ਤੱਕ। ਮੇਰੇ ਅੰਦਰ ਪਿਆਰ ਦੀ ਬੜੀ ਭੁੱਖ ਹੈ। ਮੈਨੂੰ ਆਪਣੀ ਮਾਂ ਪਾਸੋਂ ਰਜਵਾ ਪਿਆਰ ਮਿਲਿਆ, ਪਰ ਉਮਰ ਨੇ ਉਸ ਦਾ ਸਾਥ ਨਾ ਦਿੱਤਾ। ਇਸ ਤੋਂ ਬਾਅਦ ਬੇਜੀ ਨੇ ਮੇਰੀ ਇਹ ਘਾਟ ਪੂਰੀ ਕੀਤੀ, ਪਰ ਜਿਹੜਾ ਪਿਆਰ ਮੈਨੂੰ ਤੂੰ ਦਿੱਤਾ ਹੈ, ਇਸ ਨੇ ਮੇਰੀ ਜ਼ਿੰਦਗੀ ਦਾ ਢਾਂਚਾ ਇੱਕਦਮ ਬਦਲ ਦਿੱਤਾ। ਮੈਨੂੰ ਕੁਝ ਇਸ ਤਰ੍ਹਾਂ ਜਾਪਣ ਲੱਗਾ ਜਿਵੇਂ ਮੇਰੇ ਖੂਨ ਦਾ ਦੌਰਾ ਤੇ ਮੇਰੇ ਸਵਾਸਾਂ ਦੀ ਰੋਹ, ਇਹ ਸਭ ਕੁਝ ਤੇਰੀ ਹੀ ਹੋਂਦ ਦਾ ਸਦਕਾ ਜਾਰੀ ਹੈ। ਨਹੀਂ ਤੇ ਇਹ ਦੋਵੇਂ ਚੀਜ਼ਾਂ ਰੁਕ ਜਾਣਗੀਆਂ। ਮੈਂ ਆਪਣੇ ਦਿਲ ਵਿੱਚ ਪੱਕੀ ਧਾਰਨਾ ਧਾਰ ਕੇ ਬੈਠਾ ਸੀ ਕਿ ਕਿਸੇ ਦਿਨ ਮੈਂ ਤੇਰੀ ਮਾਂ ਪਾਸੋਂ ਤੇਰੀ ਮੰਗ ਕਰਾਂਗਾ, ਤੇ ਮੈਨੂੰ ਯਕੀਨ ਸੀ ਕਿ ਮੇਰੀ ਮੰਗ ਨੂੰ ਉਹ ਠੁਕਰਾਏਗੀ ਨਹੀਂ। ਪਰ ਜਿਉਂ ਹੀ ਪਤਾ ਲੱਗਾ ਕਿ ਤੂੰ ਕਿਸੇ ਹੋਰ ਦੀ ਬਣ ਚੁੱਕੀ ਹੈ, ਤਾਂ ਮੇਰੇ ਸਬਰ ਦਾ ਬੰਧ ਟੁੱਟ ਗਿਆ। ਮੈਂ ਹਜ਼ਾਰ ਕੋਸ਼ਿਸ਼ ਕਰਦਾ ਹੋਇਆ ਵੀ ਆਪਣੇ ਜਜ਼ਬਾਤਾਂ ਉੱਤੇ ਕਾਬੂ ਨਾ ਰੱਖ ਸਕਿਆ। ਕੱਲ੍ਹ ਦਾ ਦਿਨ ਮੇਰੇ ਲਈ ਕਿਆਮਤ ਦਾ ਵਕਤ ਸੀ। ਵੀਣੀ, ਮੈਂ ਆਪਣੇ ਆਪ ਨਾਲ ਬੜਾ ਘੋਲ ਕੀਤਾ। ਮੈਂ ਬੜੀ ਕੋਸ਼ਿਸ਼ ਕੀਤੀ ਕਿ ਆਪਣੇ ਅੰਦਰੋਂ ਤੈਨੂੰ ਕੱਢ ਸੁੱਟਾਂ, ਪਰ ਮੇਰੀ ਕੋਸ਼ਿਸ਼ ਸਗੋਂ ਉਲਟ ਹੀ ਅਸਰ ਕਰਦੀ ਗਈ। ਦੁਪਹਿਰੇ ਜਦ ਤੂੰ ਆਈ ਸੈਂ, ਉਦੋਂ ਜਾਣਦੀ ਹੈ ਮੇਰੀ ਕੀ ਹਾਲ ਸੀ। ਉਦੋਂ ਮੈਂ ਸਾਰਾ ਜ਼ੋਰ ਇਸੇ ਗੱਲ ਲਈ ਲਾ ਰਿਹਾ ਸੀ ਕਿ ਕਿਵੇਂ ਤੈਨੂੰ ਭੁਲਾ ਸਕਾਂ, ਤੇ ਇਹੋ ਵਜ੍ਹਾ ਹੈ ਕਿ ਮੇਰੇ ਮੂੰਹੋਂ ਤੇਰੀ ਸ਼ਾਨ ਵਿੱਚ ਕਈ ਗੁਸਤਾਖੀ ਭਰੇ ਲਫ਼ਜ਼ ਨਿਕਲ ਗਏ, ਜਿਨ੍ਹਾਂ ਦਾ ਮੈਨੂੰ ਬੜਾ ਦੁੱਖ ਹੈ। ਇਸ ਅੱਧੀ ਰਾਤ ਵੇਲੇ ਮੈਨੂੰ ਕੌਣ ਤੇਰੇ ਕੋਲ ਲਿਆਇਆ ਹੈ, ਇਸ ਨੂੰ ਮੈਂ ਨਹੀਂ ਜਾਣਦਾ, ਪਰ ਮਾਲੂਮ ਹੁੰਦਾ ਹੈ ਜਿਵੇਂ ਬਿਨਾਂ ਮੇਰੀ ਮਰਜ਼ੀ ਤੋਂ ਕੋਈ ਮੈਨੂੰ ਇੱਥੇ ਖਿੱਚ ਲਿਆਇਆ ਹੈ। ਵੀਣਾ, ਮੈਂ ਆਪਣੀ ਕਮਜ਼ੋਰੀ ਨੂੰ ਮਹਿਸੂਸ ਕਰਦਾ ਹਾਂ। ਮੈਂ ਇਹ ਵੀ ਜਾਣਦਾ ਹਾਂ ਕਿ ਇਸ ਵੇਲੇ ਜਦ ਕਿ ਤੂੰ ਕਿਸੇ ਹੋਰ ਦੀ ਅਮਾਨਤ ਹੈ, ਖਿਆਨਤ ਦਾ ਜੁਰਮ ਕਰ ਰਿਹਾ ਹਾਂ। ਪਰ ਇਹ ਸਭ ਕੁਝ ਜਾਣਦਾ ਹੋਇਆ ਮੈਂ ਕਹਿੰਦਾ ਕਿਦਾਰ ਵੀਣਾ ਦੇ ਪੈਰਾਂ ਉੱਤੇ ਝੁਕ ਗਿਆ। ਵੀਣਾ ਦੇ ਮਨ ਦੀ ਇਸ ਵੇਲੇ ਕੀ ਹਾਲਤ ਸੀ? ਉਪਰਾਤਮਾ, ਉਸ ਉੱਤੇ ਹਮਦਰਦੀ ਦਾ ਗਲਬਾ ਤੇ ਫਿਰ ਇਸ ਹਮਦਰਦੀ ਦੇ ਨਾਲ ਰਲਿਆ ਤਰਸ, ਇਹਨਾਂ ਦੋਹਾਂ ਨੇ ਰਲ ਕੇ ਮੁੜ ਪਿਆਰ ਦੀ ਸ਼ਕਲ ਧਾਰ ਲਈ। ਵੀਣਾ ਦਾ ਦਿਲ ਇੱਕ ਵਾਰੀ ਫੇਰ ਪਿਆਰ ਦੇ ਜਜ਼ਬੇ ਨਾਲ ਲਬਰੇਜ਼ ਹੋ ਉੱਠਿਆ। ਉਸਨੇ ਕਿਦਾਰ ਨੂੰ ਆਪਣੇ ਪੈਰਾਂ ਤੋਂ ਉਠਾਇਆ ਤੇ ਆਪਣੇ ਨਾਲ ਬਿਠਾਂਦੀ ਹੋਈ ਬੋਲੀ, ਪਰ ਇਹ ਤੇ ਸੋਚੋ, ਜਿਹੜੀ ਗੱਲ ਇੱਕਦਮ ਨਾਮੁਮਕਿਨ ਹੈ, ਉਸਨੂੰ ਤੁਸੀਂ ਮੁਮਕਿਨ ਬਣਾ ਸਕਦੇ ਹੋ ਨਾ। ਮੈਂ ਆਪਣੇ ਆਪ ਨੂੰ ਸਫਲਤਾ ਦੇ ਕੁਝ ਨੇੜੇ ਪਹੁੰਚਿਆ ਮਹਿਸੂਸ ਕਰਕੇ ਕਿਦਾਰ ਨੇ ਇਤਕੀ ਖੁੱਲ੍ਹ ਕੇ ਕਹਿਣਾ ਸ਼ੁਰੂ ਕੀਤਾ, ਮੇਰਾ ਮਤਲਬ ਮੰਗੀ ਹੋਈ ਹੋਣ ਤੋਂ ਹੈ। ਹਾਂ, ਪਰ ਅਜੇ ਕੀ ਪਤਾ ਤੇਰੇ ਸਹੁਰੇ ਮਨਜ਼ੂਰ ਕਰਨ ਕਿ ਨਾ। ਭਲਾ ਜੇ ਉਹਨਾਂ ਨੇ ਅਜੇ ਬੇਜੀ ਦੀ ਗੱਲ ਪ੍ਰਵਾਨ ਨਾ ਕੀਤੀ ਫੇਰ? ਪਰ ਜੇ ਉਹਨਾਂ ਨੇ ਬੇਜੀ ਦੀ ਗੱਲ ਮੰਨ ਲਈ ਫੇਰ? ਉਸ ਸੂਰਤ ਵਿੱਚ ਵੀ ਇੱਕ ਇਲਾਜ ਹੈ ਕਿ ਮੈਂ ਜਿਹੜਾ ਰੁਪਇਆ ਬੇਜੀ ਨੂੰ ਲਿਆ ਦੇਣ ਦਾ ਇਕਰਾਰ ਕੀਤਾ ਹੈ, ਉਹ ਆਪਣਾ ਮਕਾਨ ਵੇਚ ਕੇ
ਦਾ ਮੇਰਾ ਇਰਾਦਾ ਸੀ। ਮੈਂ ਬੀਜੀ ਨੂੰ ਕਹਿ ਦਿਆਂਗਾ ਕਿ ਉਹ ਰੁਪਏ ਦਾ ਇੰਤਜ਼ਾਮ ਮੈਂ ਨਹੀਂ ਕਰ ਸਕੀ। ਬਸ ਨਾ 9 ਮਣ ਤੇਲ ਹੋਏਗਾ, ਨਾ ਰਾਧਾ ਨਾਚੇਗੀ। ਕੇਦਾਰ ਦੀ ਇਹ ਕੋਝੀ ਤਜਵੀਜ਼ ਸੁਣ ਕੇ ਵੀਣਾ ਨੂੰ ਗੁੱਸਾ ਆ ਗਿਆ। ਉਹ ਬੋਲੀ, ਤਾਂ ਇਸ ਦਾ ਮਤਲਬ ਇਹ ਹੋਇਆ ਕਿ ਤੁਸੀਂ ਬੀਜੀ ਨੂੰ ਧੋਖਾ ਦਿਓਗੇ? ਧੋਖਾ ਨਹੀਂ, ਇਸ ਵਿੱਚ ਸਗੋਂ ਉਹਨਾਂ ਦਾ ਹੀ ਲਾਭ ਹੈ। ਜਿਹੜਾ ਹਜ਼ਾਰਾਂ ਰੁਪਇਆ ਉਹਨਾਂ ਤੇਰੇ ਵਿਆਹ ਤੇ ਮੁਫਤ ਗਵਾਉਣਾ ਹੈ, ਉਹ ਬਚ ਜਾਏਗਾ। ਪਰ ਜਾਣਦੇ ਹੋ, ਬਰਾਦਰੀ ਵਿੱਚ ਅਸੀਂ ਕਿਤੇ ਖਲੋਣ ਜੋਗੇ ਨਹੀਂ ਰਹਾਂਗੇ। ਇਹ ਵੀਣਾ, ਐਵੇਂ ਫਜ਼ੂਲ ਗੱਲਾਂ ਨੇ। ਬਰਾਦਰੀ ਕਿਸੇ ਨੂੰ ਮੂੰਹ ਵਿੱਚ ਨਹੀਂ ਪਾ ਲੈਂਦੀ। ਬਰਾਦਰੀ ਤਾਂ ਲੋਕਾਂ ਦੇ ਘਰ ਫੂਕ ਕੇ ਤਮਾਸ਼ਾ ਵੇਖਦੀ ਹੈ। 4 ਦਿਨ ਲੋਕੀ ਕੰਨ ਘੁਰਕੀ ਕਰਨਗੇ, ਫਿਰ ਆਪੇ ਚੁੱਪ ਕਰ ਜਾਣਗੇ। ਪਤਾ ਨਹੀਂ ਵੀਣਾ ਨੂੰ ਕੇਦਾਰ ਦੀ ਇਹ ਤਜਵੀਜ਼ ਜੱਚੀ ਕਿ ਨਹੀਂ, ਪਰ ਉਸ ਦੇ ਚਿਹਰੇ ਦਾ ਰੰਗ ਉੱਡਿਆ ਹੋਇਆ ਵੇਖ ਕੇ ਕੇਦਾਰ ਨੂੰ ਘਬਰਾਹਟ ਪੈਦਾ ਹੋ ਗਈ, ਜਿਸ ਤੋਂ ਬਾਅਦ ਫਿਰ ਦੋਹਾਂ ਵਿੱਚ ਚੁੱਪ ਛਾ ਗਈ। ਵੀਣੀ, ਕੇਦਾਰ ਨੇ ਐਤਕੀ ਦ੍ਰਿੜ ਆਵਾਜ਼ ਵਿੱਚ ਕਿਹਾ, ਸ਼ਾਇਦ ਮੈਂ ਤੇਰੇ ਉੱਤੇ ਜ਼ਬਰ ਕਰ ਰਿਹਾ ਹਾਂ। ਕੀ ਮੇਰੀ ਗੱਲ ਤੇਰੇ ਦਿਲ ਨਹੀਂ ਲੱਗੀ? ਵੀਣਾ ਨੇ ਕੋਈ ਉੱਤਰ ਨਾ ਦਿੱਤਾ। ਵੀਣਾ, ਕੇਦਾਰ ਨੇ ਉਸ ਦੇ ਮੋਢੇ ਤੇ ਹੱਥ ਰੱਖ ਕੇ ਕਿਹਾ, ਤੂੰ ਮੇਰੀ ਗੱਲ ਦਾ ਗੁੱਸਾ ਕੀਤਾ ਨਹੀਂ? ਵੀਣਾ ਨੇ ਬਿਨਾਂ ਉਸ ਵੱਲ ਨਜ਼ਰ ਮੋੜਨ ਤੋਂ ਉੱਤਰ ਦਿੱਤਾ, ਤਾਂ ਕੀ ਤੈਨੂੰ ਮੇਰੀ ਤਜਵੀਜ਼ ਮਨਜ਼ੂਰ ਹੈ? ਵੀਣਾ ਪਹਿਲਾਂ ਖਾਮੋਸ਼ ਰਹੀ, ਫਿਰ ਉਸਨੇ ਬੇਦਿਲਾ ਜਿਹਾ ਹਾਂ ਵਿੱਚ ਸਿਰ ਹਿਲਾਇਆ। ਵੀਣਾ ਦੇ ਸਿਰ ਦੀ ਇਸ ਤਰ੍ਹਾਂ ਜਿੰਨੀ ਹਰਕਤ ਨਾਲ ਕੇਦਾਰ ਦੇ ਅੰਦਰ ਉਤਸ਼ਾਹ ਤੇ ਖੁਸ਼ੀਆਂ ਦੀਆਂ ਨਦੀਆਂ ਉਮੜ ਆਈਆਂ, ਤੇ ਭਾਵੇਂ ਵੀਣਾ ਦੀਆਂ ਅੱਖਾਂ ਵਿੱਚੋਂ ਬਰਾਬਰ ਉਪਰਾਤਮਾ ਝਲਕ ਰਹੀ ਸੀ, ਪਰ ਕੇਦਾਰ ਨੇ ਇਸ ਪਾਸੇ ਬਹੁਤ ਧਿਆਨ ਨਹੀਂ ਦਿੱਤਾ। ਵੀਣੇ, ਕੇਦਾਰ ਨੇ ਉਸ ਨੂੰ ਹੋਰ ਉਰੇ ਖਿੱਚ ਕੇ ਆਪਣੇ ਨਾਲ ਲਾਉਂਦਿਆਂ ਕਿਹਾ, ਕੀ ਮੈਂ ਸਮਝ ਲਵਾਂ ਕਿ ਅੱਜ ਤੋਂ ਤੂੰ ਮੇਰੀ ਹੈ? ਉਸ ਦੀ ਖਾਮੋਸ਼ੀ ਨੂੰ ਨੀਮ ਰਜ਼ਾ ਸਮਝ ਕੇ ਕੇਦਾਰ ਦੇ ਗਲ ਵਿੱਚ ਬਾਂਹ ਪਾ ਕੇ ਬੋਲਿਆ, ਤੂੰ ਇਸ ਤਰ੍ਹਾਂ ਕਿਉਂ ਹੈ ਪਰੇਸ਼ਾਨ ਜੀ? ਕੁਛ ਨਹੀਂ, ਮੈਂ ਠੀਕ ਹਾਂ। ਵੀਣਾ ਨੇ ਬਿਨਾਂ ਉਸ ਵੱਲ ਤੱਕਿਆਂ ਉੱਤਰ ਦਿੱਤਾ। ਕੇਦਾਰ ਨੂੰ ਜਾਪਿਆ ਜਿਵੇਂ ਉਹ ਇੱਕ ਬੇਜ਼ੁਬਾਨ ਚੀਜ਼ ਨਾਲ, ਇੱਕ ਗੁੱਡੀ ਨਾਲ ਖੇਡ ਰਿਹਾ ਹੈ, ਜਿਸ ਵਿੱਚ ਨਾ ਹਰਕਤ ਨਾ ਹਰਾਰਤ। ਇਸ ਵੇਲੇ ਬਾਹਰੋਂ ਕਿਸੇ ਦਾ ਬੂਹਾ ਖੜਕਾਇਆ। ਨਾਹੋਈ ਆਵਾਜ਼ ਆਈ, ਵੀਣਾ ਬੂਹਾ ਖੋਲ੍ਹ। ਬੀਜੀ ਆ ਗਏ, ਕਹਿੰਦੇ ਹੋਏ ਵੀਣਾ ਬੂਹਾ ਖੋਲ੍ਹਣ ਦੌੜੀ। ਇੱਧਰ ਕੇਦਾਰ ਮੰਜੇ ਤੇ ਪੈ ਗਿਆ। ਉਸ ਦੇ ਦਿਲ ਨੂੰ ਹੌਲ ਪੈ ਰਹੇ ਸਨ। ਦੋਹਾਂ ਮਾਵਾਂ ਧੀਆਂ ਜਦ ਕਮਰੇ ਵਿੱਚ ਆਈਆਂ ਸਨ, ਤਾਂ ਕੇਦਾਰ ਨੇ ਸੁਣਿਆ ਵੀਣਾ ਕਹਿ ਰਹੀ ਸੀ, ਬੀਜੀ ਭਰਾ ਹੋਰਾਂ ਦੀ ਅੱਜ ਬੁਰੀ ਹਾਲਤ ਹੋਈ, ਫਿੱਟ ਆ ਗਿਆ ਸੀ। ਅੰਦਰ ਜਾ ਕੇ ਮਾਇਆ ਨੇ ਕੇਦਾਰ ਨੂੰ ਪਿਆਰਿਆ ਪਲੋਸਿਆ ਤੇ ਇਹ ਜਾਣ ਕੇ ਹੁਣ ਉਸ ਦੀ ਹਾਲਤ ਕੁਛ ਠੀਕ ਹੈ, ਖੁਸ਼ੀ ਨਾਲ ਉਸ ਦੇ ਮੂੰਹੋਂ ਨਿਕਲਿਆ, ਸ਼ੁਕਰ ਹੈ ਪਰਮਾਤਮਾ ਦਾ ਭਲਾ ਹੋਏ। ਮਾਇਆ ਨੇ ਆਉਂਦਿਆਂ ਹੀ ਕੇਦਾਰ ਨੂੰ ਘੁੱਟਣਾ ਪਿਆਰਨਾ ਸ਼ੁਰੂ ਕਰ ਦਿੱਤਾ। ਕਿਵੇਂ ਫਿੱਟ ਆਇਆ ਤੇ ਕਿਉਂ ਆਇਆ ਆਦਿ ਸਵਾਲਾਂ ਦੀ ਬੁਛਾੜ ਕਰ ਦਿੱਤੀ। ਵੀਣਾ ਨੂੰ ਪਤਾ ਸੀ ਕਿ ਉਸ ਦੀ ਮਾਂ ਉੱਤੇ ਸਭ ਤੋਂ ਪਹਿਲਾ ਸਵਾਲ ਕੇਦਾਰ ਵੱਲੋਂ ਕੀ ਹੋਵੇਗਾ। ਉਹ ਜਾਣ ਬੁੱਝ ਕੇ ਕੋਠੇ ਉੱਤੇ ਜਾਣ ਦੇ ਬਹਾਨੇ ਪੌੜੀਆਂ ਵਿੱਚ ਜਾ ਲੁਕੀ। ਜਿੱਥੇ ਖਲੋਤਿਆਂ ਉਸਨੇ ਕੇਦਾਰ ਦਾ ਪ੍ਰਸ਼ਨ ਸੁਣਿਆ, ਸੁਣਾਓ ਬੇਜੀ, ਕੀ ਕੰਮ ਹੋ ਗਿਆ? ਤੇ ਫਿਰ ਇਸ ਦਾ ਉੱਤਰ, ਹਾਂ, ਬੜੀ ਸੋਹਣੀ ਤਰ੍ਹਾਂ। ਹੋਰ ਕੁਛ ਸੁਣਨ ਦੀ ਵੀਣਾ ਨੂੰ ਲੋੜ ਨਾ ਜਾਪੇ। ਉਹ ਖੋਟੇ ਤੇ ਜਾ ਚੜ੍ਹੀ ਤੇ ਮਾਂ ਦੀ ਵਿਸ਼ਾਈ ਕਰਨ ਤੋਂ ਬਾਅਦ ਉਹ ਮੰਜੇ ਤੇ ਲੇਟ ਗਈ। ਥੋੜ੍ਹੀ ਦੇਰ ਬਾਅਦ ਉਸ ਨੂੰ ਫਿਰ ਹੇਠਲਾ ਬੂਹਾ ਖੁੱਲ੍ਹਣ ਦੀ ਆਵਾਜ਼ ਆਈ। ਉਸਨੇ ਬਨੇਰੇ ਪਾਸ ਜਾ ਕੇ ਹੇਠਾਂ ਝਾਤੀ ਮਾਰੀ। ਕੇਦਾਰ ਅੰਦਰੋਂ ਨਿਕਲ ਕੇ ਆਪਣੇ ਘਰ ਜਾ ਰਿਹਾ ਸੀ। ਦੋਸਤੋ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਵੇਖਣ ਲਈ। ਹੁਣ ਆਪਾਂ ਨੈਕਸਟ ਪਾਰਟ ਦੇ ਵਿੱਚ ਇਹਦੇ ਅੱਗੇ ਜਿਹੜੇ ਭਾਗ ਹੈ ਉਹਨਾਂ ਦੇ ਬਾਰੇ ਗੱਲਾਂ ਕਰਾਂਗੇ। ਹੁਣ ਆਪਾਂ ਮਿਲਦੇ ਹਾਂ ਆਪਣੀ ਨੈਕਸਟ ਕਲਾਸ ਦੇ ਵਿੱਚ।